निजी स्कूलों वाले लुटेरे आ ये लुट के खा गए। ये विद्यार्थियों के मापिया दी जेबां दे उत्ते डाके मारते हैं। इन्हां सवालों ने उत्तर लेने क्योंकि फी रेगुलेटरी एक्ट जो का बनया हुआ है उस तो बाद कोई भी बंदा बाहर नहीं जाता, ना सरकार बाहर जा सकती, स्कूलों ने तो बाहर जाना ही की है। अज सिक्ख्या दे विच भी वंडियां पै गईयां, वर्ग वंड हो गई भी जिहड़े आ स्कूल आ ये बहुत ही महंगे आ, ये हैगे जी एलीट क्लास के। आ जिहड़े आ मातड़ क्लास के जिहड़े स्कूल आ ये सरकारी स्कूल आ, वो मिड डे मील वाले स्कूल आ, उत्थे स्मार्ट स्कूल लिखिया होया पर कल्ली कूची फिरी आ। इधरले पासे जेकर नियाणा पाउणा होवे स्कूल दे विच ते फिर जेब हौली करनी पैंदी आ। ये फिर सिक्ख्या दे विच बराबरता वाली गल किवें आऊ? सरकार ने बड़ी चलाकी की, उन्होंने तो एक भी बच्चा जिहड़ा हैगा प्राइवेट स्कूल पढ़ नहीं दिता 25% कोटे दे विच जी। पर मेरे कई जाणकार आ वो दसदे आ जी कि ਅਸੀਂ फलाने स्कूल दे विच लगे आ, ਸਾਡੇ ਖਾਤੇ ਦੇ ਵਿੱਚ 20000 ਪਾਉਂਦੇ ਆ, ਅਗਲੇ ਦਿਨ ਕਹਿੰਦੇ ਜੀ 12000 ਰੁਪਇਆ ਆਪਦੇ ਖਾਤੇ ਚੋਂ ਕਢਵਾ ਕੇ ਸਾਨੂੰ ਤੇ ਕੈਸ਼ ਵਾਪਸ ਕਰਨਾ, ਵੀ ਕਾਗਜ਼ਾਂ ਦੇ ਵਿੱਚ 20 ਮਿਲਦਾ ਉਹਦਾ 8 ਦਿੰਦੇ ਆ। ਇਹ ਹੈ ਤਾਂ ਗਲਤ ਗੱਲ ਕਿ ਇਹ ਗੱਲ ਸਹੀ ਆ? ਤੁਸੀਂ ਮੰਨਦੇ ਹੋ ਵੀ ਭਾਈ ਜਿਹੜੀਆਂ ਵਰਦੀਆਂ ਪਹਿਲਾਂ ਉਹਦੇ ਵਿੱਚੋਂ ਵੀ ਕਮਿਸ਼ਨਾਂ ਆਉਂਦੀਆਂ ਸੀ, ਕਿਤਾਬਾਂ ਦੇ ਵਿੱਚੋਂ ਵੀ ਆਉਂਦੀਆਂ ਸੀ ਕਿ ਫਲਾਣੀ ਦੁਕਾਨ ਤੋਂ ਹੀ ਲੈਣੀਆਂ ਵਰਦੀਆਂ, ਫਲਾਣੀ ਥਾਂ ਤੇ ਬੂਟ ਆਉਣਗੇ, ਉੱਥੇ ਹੀ ਜਰਾਬਾਂ ਆਉਣਗੀਆਂ, ਟਾਈ ਵੀ ਉੱਥੇ ਆਊਗੀ ਬੱਚੇ ਦੀ। ਇਹ ਮੰਨਦੇ ਵੀ ਕਮਿਸ਼ਨਾਂ ਆਉਂਦੀਆਂ ਸੀ। ਤੁਸੀਂ ਜਿਹੜੀ ਮੇਨ ਮੁੱਦਾ ਹੈਗਾ ਉਹਨਾਂ ਦੀ ਲੁੱਟ ਬੰਦ ਕਰਾਣੀ ਹੈ, ਉਹ ਬੰਦ ਕਰਾ ਦਿਓ। ਮੈਂ ਤੁਹਾਨੂੰ ਸਿੱਧਾ ਫਾਰਮੂਲਾ ਤੁਸੀਂ ਜਾਣਾ, ਉਹ ਤੁਸੀਂ ਕਰਨਾ ਨਹੀਂ। ਭਗਵੰਤ ਮਾਨ ਦੇ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਨਾਲ ਸਹਿਮਤ ਹੋ? ਉਹਦੇ ਵਿੱਚ ਕੋਈ ਸੋਧ ਕਰਨ ਦੀ ਲੋੜ ਸੀ ਜਾਂ ਉਹ ਇੱਕ ਪਾਸੜ ਗੱਲ ਹੋਈ ਆ ਜਾਂ ਠੀਕ ਮੰਨਦੇ? ਯਾਰ ਲੀਡਰ ਦਾ ਕੰਮ ਕੱਲਾ ਜਨਤਾ ਨੂੰ ਪਲੀਡ ਕਰਨਾ ਨਹੀਂ ਹੁੰਦਾ। ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਘੱਟ ਤਨਖਾਹਾਂ ਹੋਣ ਦੇ ਬਾਵਜੂਦ ਸਰਕਾਰੀ ਦੇ ਮੁਕਾਬਲਤਾ ਨਿੱਜੀ ਸਕੂਲਾਂ ਦੇ ਵਿੱਚ ਵੱਧ ਵਿਦਿਆਰਥੀ ਆਉਂਦੇ ਤੇ ਮਾਪੇ ਇੱਥੇ ਪੜ੍ਹਾਉਣਾ ਚਾਹੁੰਦੇ ਆ? ਸਰਕਾਰੀ ਸਕੂਲਾਂ ਦੇ ਵਿੱਚ ਤਨਖਾਹਾਂ ਵੀ ਚੰਗੀਆਂ, ਖੇਤਰਫਲ ਵੀ ਵੱਡਾ, ਸਰਕਾਰ ਕਹਿੰਦੀ ਕੂਚੀ ਵੀ ਸੋਹਣੀ ਫਰਾ ਰਹੇ ਆ, ਉੱਥੇ ਬੱਚਾ ਆਪਦੇ ਪੜ੍ਹਾਉਣ ਤੋਂ ਬੰਦਾ ਕਈ ਵਾਰੀ ਝਿਜਕਦਾ ਵੀ ਯਾਰ ਮੈਂ ਇੱਥੇ ਨਹੀਂ ਇੱਥੇ ਲਾਵਾਂ। ਉਹ ਕਾਰਨ ਕੀ ਹੋਊਗਾ? ਵਿਚਲਾ ਕਾਰਨ ਕੀ ਤੁਹਾਡੇ ਖਿਆਲ 'ਚ? ਇਹ ਨਹੀਂ ਹੈਗਾ ਵੀ ਉੱਥੇ ਕੋਈ ਤਨਖਾਹ ਉੱਥੇ ਟੀਚਰ ਨੂੰ ਮਿਲਣ ਲੱਗੀ ਲੱਖ ਰੁਪਈਆ ਤੇ ਉਹ ਇੰਸਟੀਚਿਊਟ ਬਹੁਤ ਵੱਡਾ ਹੋ ਗਿਆ। 2 ਲੀਟਰ ਪੇਂਟ ਲੈ ਕੇ ਤੇ ਘੁੱਗੀਆਂ ਵਾਹ ਕੇ ਤੇ ਤੁਸੀਂ ਉਹਨੂੰ ਸਮਾਰਟ ਬਣਾ ਦੋਗੇ, ਐਦਾਂ ਨਹੀਂ ਬਣਨਾ। ਸਹੀ ਮਾਇਨੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਸਾਰੇ ਕਾਲਜਸ ਬੰਦ ਪਏ ਨੇ ਉਹਦੇ ਵਿੱਚ ਹੋਰ ਕਿਸੇ ਦਾ ਕਸੂਰ ਨਹੀਂ, ਉਹ ਸਰਕਾਰ ਦੀਆਂ ਪਾਲਿਸੀਆਂ। ਭਗਵੰਤ ਮਾਨ ਸਾਹਿਬ ਦੀ ਆ, ਮਹੀਨਾ ਹਜੇ ਹੋਏ ਨਹੀਂ ਟੈਂਟ ਲਾ ਕੇ ਬੈਠ ਗਏ ਉੱਥੇ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਪ੍ਰੋਗਰਾਮ ਪ੍ਰਾਈਮ ਸਪੈਸ਼ਲ ਲੈ ਕੇ ਹਾਜ਼ਰ ਹਾਂ। ਸਿੱਖਿਆ ਖੇਤਰ ਦਾ ਵਪਾਰੀਕਰਨ ਬਹੁਤ ਵੱਡੇ ਪੱਧਰ ਤੇ ਹੋਇਆ ਜਾਣਦੇ ਹਾਂ। ਬੜੀ ਵਾਰ ਵਿਵਾਦ ਪੈਦਾ ਹੁੰਦੇ ਆ, ਬੜੀ ਵਾਰ ਸਵਾਲ ਉੱਠਦੇ ਆ, ਫਿਰ ਠੰਡੇ ਪੈ ਜਾਂਦੇ ਆ, ਫਿਰ ਉੱਠਦੇ ਆ, ਫਿਰ ਠੰਡੇ ਪੈ ਜਾਂਦੇ ਆ। ਸਰਕਾਰਾਂ ਬਦਲਦੀਆਂ, ਮਸਲੇ ਉੱਥੇ ਦੇ ਉੱਥੇ। ਭਗਵੰਤ ਮਾਨ ਦੀ ਸਰਕਾਰ ਆਈ, ਪਿਛਲੇ ਦਿਨੀ ਇਹ ਗੱਲ ਕਹੀ ਗਈ ਕਿ ਜਿਹੜੇ ਨਿੱਜੀ ਸਕੂਲਾਂ ਵਾਲੇ ਆ ਉਹ ਹੁਣ ਵਰਦੀਆਂ ਆਪਦੀ ਚਹੇਤੀ ਦੁਕਾਨ ਤੋਂ ਨਹੀਂ, ਕਿਤਾਬਾਂ ਆਪਣੀ ਚਹੇਤੀ ਦੁਕਾਨ ਤੋਂ ਨਹੀਂ, ਫੀਸਾਂ ਮਰਜ਼ੀ ਦੇ ਮੁਤਾਬਕ ਨਹੀਂ, ਅਗਲੀ ਪਾਲਿਸੀ ਤੱਕ ਸਭ ਦੀ ਬ੍ਰੇਕ ਲੱਗਣੀ ਚਾਹੀਦੀ ਹੈ, ਫੁੱਲ ਸਟਾਪ ਲੱਗਣਾ ਚਾਹੀਦਾ। ਜਿਹੜੇ ਅਸੀਂ ਅੱਜ ਸਕੂਲ ਦੇ ਵਿੱਚ ਬੈਠੇ ਆ ਖੇਤਰ ਦੇ ਵਿੱਚ ਇਹਦਾ ਚੋਖਾ ਨਾ, ਅਸੀਂ ਆਏ ਹੈਗੇ ਆ ਮੋਗਾ ਦੇ ਵਿੱਚ। ਮੋਗਾ ਖੇਤਰ ਦੇ ਵਿੱਚ ਇੱਕ ਬਲੂਮਿੰਗ ਬਰਡ ਸਕੂਲ ਹੈ, ਉਹਨਾਂ ਦੇ ਜਿਹੜੇ ਗਰੁੱਪ ਆਫ ਚੇਅਰਮੈਨ ਨੇ ਉਹ ਨੇ ਜਨਾਬ ਸੰਜੀਵ ਕੁਮਾਰ ਸੈਣੀ ਹੋਰੀ। ਉਹਨਾਂ ਦੇ ਨਾਲ ਅੱਜ ਅਸੀਂ ਗੱਲ ਕਰਨੀ ਹੈ ਕਿ ਜਦੋਂ ਹੁਣ ਸਰਕਾਰ ਦੇ ਨਵੇਂ ਫੈਸਲੇ ਆਏ ਆ ਤਾਂ ਤੁਹਾਡੇ ਕਾਰੋਬਾਰ ਦੇ ਉੱਤੇ, ਤੁਹਾਡੀ ਸਕੂਲਿੰਗ ਖੇਤਰ ਦੇ ਉੱਤੇ ਕਿੰਨੀ ਕੁ ਸੱਟ ਵੱਜੀ ਹੈ, ਜਾਂ ਜੋ ਅੱਜ ਧਾਰਨਾ ਬਣੀ ਹੈ, ਇਹ ਸ਼ਬਦ ਕੌੜਾ ਮੈਂ ਇਹਨਾਂ ਦੀ ਹਾਜ਼ਰੀ 'ਚ ਕਹਿ ਰਿਹਾ ਕਿ ਸਕੂਲਾਂ ਵਾਲੇ ਨਿੱਜੀ ਸਕੂਲਾਂ ਵਾਲੇ ਲੁਟੇਰੇ ਆ, ਇਹ ਲੁੱਟ ਕੇ ਖਾ ਗਏ। ਇਹ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ਦੇ ਉੱਤੇ ਡਾਕੇ ਮਾਰਦੇ ਆ। ਇਹਨਾਂ ਸਵਾਲਾਂ ਦੇ ਉੱਤਰ ਲੈਣੇ ਆ ਸੈਣੀ ਸਾਹਿਬ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਟਹਿਣਾ ਸਾਹਿਬ। ਜਿਹੜੀ ਗੱਲ ਤੁਸੀਂ ਪੁੱਛੀ ਹੈ ਜਾਂ ਜਿਹੜੀ ਗੱਲ ਨੂੰ ਤੁਸੀਂ ਰੋਸ਼ਨਾਉਣਾ ਚਾਹੁੰਦੇ ਹੋ, ਉਹ ਗੱਲ ਇਸ ਤਰ੍ਹਾਂ ਬਣਦੀ ਹੈ ਕਿ ਜੋ ਸਕੂਲਸ ਨੇ, ਮੈਂ ਥੋੜ੍ਹੇ ਧਿਆਨ 'ਤੇ ਲਿਆਉਣਾ ਚਾਹੁੰਦਾ ਜੀ। ਸਕੂਲ ਅੱਜ ਵੀ ਇੱਕ ਬਹੁਤ ਹੀ ਪ੍ਰੋਮੀਨੈਂਟ ਔਰ ਬੜਾ ਪ੍ਰਾਈਡ ਵਾਲਾ ਜਿਹੜਾ ਹੈਗਾ ਸੈਕਟਰ ਹੈ। ਔਰ ਅੱਜ ਵੀ ਜਦੋਂ ਅਸੀਂ ਕਿਸੇ ਆਦਮੀ ਨੂੰ ਕਹਿੰਦੇ ਹਾਂ ਵੀ ਭਾਈ ਤੇਰੀ ਹੁਣ ਪੈਸਿਆਂ ਵਾਲੀ ਜੇਬ ਭਰ ਗਈ ਹੈ, ਤਾਂ ਅਸੀਂ ਉਹਨੂੰ ਇਹੀ ਸਲਾਹ ਦਿੰਦੇ ਹਾਂ ਵੀ ਭਾਈ ਤੂੰ ਹੁਣ ਕੁਛ ਨਾ ਕੁਛ ਸੁਸਾਇਟੀ ਦੇ ਲਈ ਕਰ, ਕੋਈ ਸਕੂਲ ਖੋਲ੍ਹ ਦੇ ਬੱਚਿਆਂ ਦੇ ਲਈ। ਸੋ ਸਕੂਲ ਦੇ ਖੇਤਰ ਨੂੰ ਮੈਂ ਸਮਝਦਾ ਕਿ ਜਿਹੜਾ ਪਬਲਿਕ ਹੈਗਾ ਉਹਨੂੰ ਇੱਕ ਚੰਗੀ ਨਿਗਾਹ ਨਾਲ ਦੇਖਣਾ ਚਾਹੀਦਾ। ਸਾਰੇ ਸਕੂਲ ਇਕਸਾਰ ਨਹੀਂ ਹੈਗੇ। ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਰੇ ਸਕੂਲ ਦੂਜੇ ਪਾਸੇ ਇਕਸਾਰ ਨੇ। ਸਾਰੇ ਕਿਸੇ ਵੀ ਕੰਮ 'ਚ ਇੱਕੋ ਜਿਹੇ ਨਹੀਂ, ਸਾਰੇ ਪੱਤਰਕਾਰ ਨਹੀਂ ਇੱਕੋ ਜਿਹੇ, ਸਾਰੇ ਡਾਕਟਰ ਨਹੀਂ ਇੱਕੋ ਜਿਹੇ। ਬਿਲਕੁਲ। ਹੁਣ ਜਿੱਥੋਂ ਤੱਕ ਨਵੀਂ ਸਰਕਾਰ ਦੀ ਪਾਲਿਸੀਆਂ ਦਾ ਜਾਂ ਨਵੀਂ ਸਰਕਾਰ ਦੀ ਆਦੇਸ਼ ਬਾਰੇ ਤੁਸੀਂ ਗੱਲ ਕੀਤੀ ਹੈ, ਉਹਦੇ ਬਾਰੇ ਸਾਡੇ ਭਗਵੰਤ ਮਾਨ ਸਾਹਿਬ ਤੋਂ ਸਾਨੂੰ ਵੀ ਔਰ ਸਾਰੇ ਸਮੁੱਚੇ ਵਰਗ ਨੂੰ, ਸਮੁੱਚੇ ਸਮਾਜ ਨੂੰ, ਸਮੁੱਚੀ ਸਟੇਟ ਨੂੰ ਉਹਨਾਂ ਤੋਂ ਬਹੁਤ ਵੱਡੀ ਤਵੱਕੁਆਤ ਨੇ, ਐਕਸਪੈਕਟੇਸ਼ਨਸ ਨੇ।
ਔਰ ਨੋ ਡਾਊਟ ਸਾਨੂੰ ਉਮੀਦ ਹੈ ਕਿ ਉਹ ਪੂਰੀ ਐਕਸਪੈਕਟੇਸ਼ਨ ਸੇ ਖਰੇ ਵੀ ਉਤਰਨਗੇ। ਔਰ ਜਿੱਥੋਂ ਤੱਕ ਉਹਨਾਂ ਨੇ ਜੋ ਆਰਡਰ ਕੀਤਾ ਹੈਗਾ ਜਿਹੜਾ ਵਰਦੀਆਂ ਦਾ ਯੂਨੀਫਾਰਮ ਦਾ ਆਰਡਰ, ਉਹ ਤਾਂ ਪਹਿਲਾਂ ਵੀ ਜਿਹੜੇ ਪ੍ਰਾਈਵੇਟ ਸਕੂਲ ਹੈ ਕੋਈ ਉਹਦੇ ਵਿੱਚ ਇਨਵੋਲਵ ਨਹੀਂ ਹੈਗੇ, ਕਿਸੇ ਕੈਂਪਸ ਤੇ ਕੋਈ ਸੇਲ ਹੋ ਬਹੁਤ ਦਰ ਪਹਿਲਾਂ ਹੀ ਸਰਕੂਲਰ ਆ ਚੁੱਕਿਆ ਹੈ। ਔਰ ਜਿੱਥੋਂ ਤੱਕ ਸਕੂਲਾਂ ਦੀ ਕਾਰਗੁਜ਼ਾਰੀ ਦਾ ਸਵਾਲ ਹੈ ਜਾਂ ਦੂਸਰਾ ਉਹਨਾਂ ਨੇ ਦੇਖ ਦਿੱਤਾ ਕਿ ਫੀਸ ਨਹੀਂ ਵਧੇਗੀ, ਉਹਦੇ ਵਿੱਚ ਥੋੜਾ ਜਿਹਾ ਕਨਫਲਿਕਟ ਹੈਗਾ। ਉਹ ਇਹ ਹੈ ਕਿ ਪਿਛਲੇ 2 ਸਾਲਾਂ ਤੱਕ ਕਰੋਨੇ ਦੀ ਭੇਟ ਚੜ ਗਏ, ਸਕੂਲਾਂ ਵਾਲਿਆਂ ਨੇ ਕੋਈ ਇਨਕਰੀਜ਼ ਨਹੀਂ ਹੋਈ, ਔਰ ਦੂਜੇ ਪਾਸੇ ਇਨਫਲੇਸ਼ਨ ਦੇਖੋ ਕਿੱਥੇ ਪਹੁੰਚ ਗਿਆ, ਖਰਚੇ ਕਿੱਥੇ ਪਹੁੰਚ ਗਏ ਨੇ। ਔਰ ਫਿਰ ਜਿਹੜੇ ਸਟਾਫਸ ਨੇ ਉਹਨਾਂ ਦੀਆਂ ਸੈਲਰੀਜ਼ ਨੇ, ਉਹਨਾਂ ਦੀਆਂ ਇਨਕਰੀਮੈਂਟਸ ਨੇ, ਹਰ ਚੀਜ਼ ਦੇ ਵਿੱਚ ਜਿਹੜਾ ਬਜਟ ਹੈਗਾ ਉਹ ਓਵਰ ਐਂਡ ਅਬਵ ਚੱਲ ਰਿਹਾ। 2 ਸਾਲ ਨਹੀਂ ਫੀਸ ਵਧੀ, ਪਰ ਐਤਕੀ ਸਾਲ ਜਿਹੜੀ ਹੈਗੀ ਪ੍ਰਾਈਵੇਟ ਸੈਕਟਰ ਨੇ ਆਪਣਾ 8% ਦਾ ਜਿਹੜਾ ਉਹਨਾਂ ਨੂੰ ਲਿਮਿਟੇਸ਼ਨ ਹੈ। ਮੈਂ ਨਹੀਂ ਕਹਿੰਦਾ ਕਿ 2 ਸਾਲ ਜਿਹੜੀ ਛੱਡੀ ਹੈ ਤਾਂ 24% ਕਰਨੀ ਨਾ, ਮੈਂ ਕਹਿੰਦਾ 8% ਤੱਕ ਉਹਨੂੰ ਜ਼ਰੂਰ ਲੀਵਰੇਜ ਦੇਣਾ ਚਾਹੀਦਾ ਕਿ ਭਾਈ ਉਹ 8% ਤੱਕ ਵਧਾ ਸਕਦੇ ਨੇ, ਚਾਹੇ 7% 'ਚ ਕਿਸੇ ਦੀ ਕਾਰਗੁਜ਼ਾਰੀ ਠੀਕ ਹੁੰਦੀ ਹੈ। ਕਿਉਂਕਿ ਫੀ ਰੈਗੂਲੇਟਰੀ ਐਕਟ ਜਦੋਂ ਦਾ ਬਣਿਆ ਹੋਇਆ ਹੈ ਉਸ ਤੋਂ ਬਾਅਦ ਕੋਈ ਵੀ ਬੰਦਾ ਬਾਹਰ ਨਹੀਂ ਜਾ ਸਕਦਾ, ਨਾ ਸਰਕਾਰ ਬਾਹਰ ਜਾ ਸਕਦੀ, ਸਕੂਲਾਂ ਨੇ ਤਾਂ ਬਾਹਰ ਜਾਣਾ ਹੀ ਕੀ ਹੈ, ਕਿਉਂਕਿ ਸਕੂਲ ਤਾਂ ਬੱਝੇ ਨੇ, ਲਾਜ਼ ਦੇ ਬੱਝੇ ਨੇ, ਚਾਹੇ ਉਹ ਐਫੀਲੇਟ CBSE ਨਾਲ CBSE ਲਾਜ਼ ਨਾਲ ਬੱਝੇ ਹੋਏ ਨੇ, PSE ਵੀ ਨਾ ਐਫੀਲੇਟ ਉਹਦੇ ਨਾਲ ਬੱਝੇ ਹੋਏ ਨੇ। ਜਿੱਥੋਂ ਤੱਕ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੀ ਦਿਨ ਪਾਲਣਾ ਕਰਨੀ ਬਣਦੀ ਹੈ, ਉਹਨਾਂ ਦੀ ਉਹ ਕਰ ਵੀ ਰਹੇ ਨੇ। ਪਰ ਮੇਰਾ ਸਵਾਲ ਪਹਿਲਾਂ ਇਹ ਹੈ ਸਭ ਤੋਂ ਵੱਡਾ ਕਿ ਸਕੂਲਾਂ ਦੇ ਬਾਰੇ ਧਾਰਨਾ ਬਣ ਗਈ, ਨਿੱਜੀ ਸਕੂਲਾਂ ਬਾਰੇ ਇੱਕ ਧਾਰਨਾ ਬਣ ਗਈ, ਜਿਵੇਂ ਕਈ ਪੱਤਰਕਾਰਾਂ ਬਾਰੇ ਧਾਰਨਾ ਬਣੀ ਵੀ ਇਹ ਤਾਂ ਸਰਕਾਰੀ ਬੋਲੀ ਬੋਲਦੇ ਆ, ਜਿਵੇਂ ਪੁਲਿਸ ਮੁਲਾਜ਼ਮਾਂ ਦੇ ਬਾਰੇ ਧਾਰਨਾ ਬਣ ਗਈ ਵੀ ਇਹ ਤਾਂ ਪੈਸੇ ਲੈਂਦੇ ਹਾਲਾਂਕਿ ਸਾਰੇ ਥੋੜੀ ਲੈਂਦੇ ਆ। ਉਵੇਂ ਨਿੱਜੀ ਸਕੂਲਾਂ ਬਾਰੇ ਵੀ ਇਹ ਧਾਰਨਾ ਬਣੀ ਆ ਤੇ ਕੁਝ ਹੱਦ ਤੱਕ ਸਹੀ ਵੀ ਆ ਵੀ ਮਰਜ਼ੀ ਦੇ ਮੁਤਾਬਕ ਫੀਸਾਂ ਵਸੂਲਣੀਆਂ, ਮਰਜ਼ੀ ਮੁਤਾਬਕ ਕਦੇ ਜੁਰਮਾਨਾ ਲਾਤਾ, ਮਰਜ਼ੀ ਦੇ ਮੁਤਾਬਕ ਆਹ ਕੁਝ ਕੀਤਾ। ਇਹ ਫਿਰ ਧਾਰਨਾ ਨੂੰ ਕਿਵੇਂ ਬਦਲਿਆ ਜਾਊਗਾ? ਦੇਖੋ, ਧਾਰਨਾ ਬਦਲਣੀ ਦੇ ਲਈ ਤਾਂ ਜਿਵੇਂ ਆਪਾਂ ਕਹਿੰਦੇ ਕਿ ਕੋਈ ਸਮਾਜ ਦੇ ਵਿੱਚ ਰੈਵੋਲੂਸ਼ਨਰੀ ਚੇਂਜਸ ਆਉਂਦੇ ਆ, ਉਹ ਨੋ ਡਾਊਟ ਬਹੁਤ ਵੱਡੀ ਇੱਕ ਸਾਡੇ ਸਕੂਲਾਂ ਦਾ ਵੀ ਇੱਕ ਪਲੇਟਫਾਰਮ ਹੈ ਜਿਹੜੀ ਕਿ ਫੈਡਰੇਸ਼ਨ ਹੈ ਸਕੂਲ ਦੀ, ਜਿਹਦੇ ਨਾਲ ਤਕਰੀਬਨ ਤਮਾਮ ਜਿੰਨੇ ਪੰਜਾਬ ਦੇ ਵਿੱਚ ਸਕੂਲ ਚੱਲ ਰਹੇ ਨੇ ਉਹਦੇ ਨਾਲ ਕਿਸੇ ਨਾ ਕਿਸੇ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਜੁੜੇ ਹੋਏ ਨੇ। 9000 ਦੇ ਸਕੂਲ ਆਸ-ਪਾਸ ਨੇ ਜਿਹੜੇ ਪ੍ਰਾਈਵੇਟ ਸਕੂਲ ਨੇ, ਔਰ ਉਹਦੇ ਵਿੱਚੋਂ ਫੈਡਰੇਸ਼ਨ ਹੁਣ ਤੱਕ 6000 ਪਲੱਸ ਸਕੂਲਾਂ ਨੂੰ ਕਵਰ ਕਰ ਚੁੱਕੀ ਆ। ਜਿਹੜੀ ਧਾਰਨਾ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਉਹਦੇ ਵਿੱਚ ਬਹੁਤ ਇੱਕ ਸੈਗਮੈਂਟ ਦੇ ਵਿੱਚ ਕੁਝ ਇੱਦਾਂ ਦੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਵੀ ਉਹਨਾਂ ਨੇ ਸ਼ਿਕਾਇਤ ਇਸ ਕਰਕੇ ਕਰਨੀ ਹੈ, ਕੋਈ ਸ਼ਿਕਾਇਤ ਕਰਨਾ ਚਾਹੁੰਦੇ ਆ, ਉਹਨੂੰ ਹੋਰ ਕੋਈ ਮੌਜੂ ਨਹੀਂ ਹੈਗਾ। ਔਰ ਦੂਸਰੀ ਗੱਲ ਆ, ਜਦੋਂ ਕਿਸੇ ਬੰਦੇ ਨੇ ਲਾਈਮਲਾਈਟ 'ਚ ਆਉਣਾ ਹੁੰਦਾ ਨਾ ਤਾਂ ਉਹ ਆਪਣੇ ਵੱਡੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ। ਜਦੋਂ ਅਬਿਊਜ਼ਿਵ ਲੈਂਗੁਏਜ ਜੋ ਕੋਈ ਬੰਦਾ ਕਿਸੇ ਦੀ ਤਾਰੀਫ ਕਰ ਰਿਹਾ ਹੈ ਨਾ, ਤੁਸੀਂ ਨਾ ਖੜੋ ਹੋਵੋਗੇ, ਜੋ ਕੋਈ ਬੰਦਾ ਗਾਲਾਂ ਕੱਢ ਰਿਹਾ ਹੋਵੇ, ਝਗੜਾ ਹੋਵੇ ਤਾਂ ਬੰਦਾ ਉੱਥੇ ਖੜ ਜਾਂਦਾ ਵੀ ਇੱਥੇ ਕੀ ਹੋ ਰਿਹਾ, ਆਪਣੀ ਅਟੈਂਸ਼ਨ ਗੇਨ ਕਰਦਾ। ਇਸ ਤਰ੍ਹਾਂ ਦੇ ਕੁਝ ਲੋਕ ਨੇ ਜਿਹੜੇ ਇਹ ਭੱਦੀ ਸ਼ਬਦਾਵਲੀ ਯੂਜ਼ ਕਰਦੇ ਨੇ। ਬਾਕੀ ਇੱਕ ਚੀਜ਼ ਜਦੋਂ ਮੈਂ ਅੱਗੇ ਵੀ ਕਹਿਣਾ ਹੁੰਦਾ ਉਹ ਇਹ ਹੈ ਕਿ ਕਿਸੇ ਨੂੰ ਕਹਿ ਦੇਣਾ ਬੜਾ ਸੌਖਾ ਹੈ, ਪਰ ਜਦੋਂ ਐਵੀਡੈਂਸ ਨਾਲ ਗੱਲ, ਸਬੂਤਾਂ ਨਾਲ, ਬਰੀਕੀਆਂ ਨਾਲ, ਡਿਟੇਲ ਨਾਲ ਆਪਾਂ ਦੇਖਦੇ ਹਾਂ ਫਿਰ ਪਤਾ ਲੱਗ ਜਾਂਦਾ ਦੁੱਧ ਦਾ ਦੁੱਧ ਕੀ ਹੁੰਦਾ ਤੇ ਪਾਣੀ ਦਾ ਪਾਣੀ। ਪਰ ਸੈਣੀ ਸਾਹਿਬ, ਸਿੱਖਿਆ ਬਰਾਬਰਤਾ ਦੇ ਅਧਿਕਾਰ ਦੇ ਉੱਤੇ ਹੋਣੀ ਚਾਹੀਦੀ ਸੀ ਜਾਂ ਹੋਣੀ ਚਾਹੀਦੀ ਹੈ ਜੀ। ਸਾਡੇ ਸੰਵਿਧਾਨ ਦੇ ਵਿੱਚ ਵੀ ਸਿੱਖਿਆ ਦੀ ਬਰਾਬਰਤਾ ਦੀ ਗੱਲ ਕਹੀ ਆ। ਅੱਜ ਸਿੱਖਿਆ ਦੇ ਵਿੱਚ ਵੀ ਵੰਡੀਆਂ ਪੈ ਗਈਆਂ, ਵਰਗ ਵੰਡ ਹੋ ਗਈ ਵੀ ਜਿਹੜੇ ਆਹ ਸਕੂਲ ਆ ਇਹ ਬਹੁਤੇ ਮਹਿੰਗੇ ਆ, ਇਹ ਹੈਗੇ ਜੀ ਐਲੀਟ ਕਲਾਸ ਦੇ, ਆਹ ਜਿਹੜੇ ਆ ਮਾਤੜ ਕਲਾਸ ਦੇ ਜਿਹੜੇ ਸਕੂਲ ਆ ਇਹ ਸਰਕਾਰੀ ਸਕੂਲ ਆ, ਉਹ ਮਿਡ ਡੇ ਮੀਲ ਵਾਲੇ ਸਕੂਲ ਆ, ਉੱਥੇ ਸਮਾਰਟ ਸਕੂਲ ਲਿਖਿਆ ਹੋਇਆ ਪਰ ਕੱਲੀ ਕੂਚੀ ਫਿਰੀ ਆ। ਇਧਰਲੇ ਪਾਸੇ ਜੇਕਰ ਨਿਆਣਾ ਪਾਉਣਾ ਹੋਵੇ ਸਕੂਲ ਦੇ ਵਿੱਚ ਤੇ ਫਿਰ ਜੇਬ ਹੌਲੀ ਕਰਨੀ ਪੈਂਦੀ ਆ। ਇਹ ਫਿਰ ਸਿੱਖਿਆ ਦੇ ਵਿੱਚ ਬਰਾਬਰਤਾ ਵਾਲੀ ਗੱਲ ਕਿਵੇਂ ਆਊਗੀ? ਠੀਕ ਹੈ, ਇਹਦੇ 'ਚ ਟਾਣਾ ਸਾਹਿਬ ਗੱਲ ਹੈ, ਬਰਾਬਰਤਾ ਦੀ ਗੱਲ ਬੜੀ ਸੌਖੀ ਸੀ। ਜਿਸ ਵੇਲੇ ਰਾਈਟ ਟੂ ਐਜੂਕੇਸ਼ਨ ਐਕਟ ਆਇਆ, ਸੈਂਟਰ ਲੈਵਲ ਤੇ ਆਇਆ ਤੇ ਉਹਦੀ ਇੰਪਲੀਮੈਂਟੇਸ਼ਨ ਸਾਰੀਆਂ ਸਟੇਟਾਂ ਨੇ ਕਰਨੀ ਸੀ, ਹਿੰਦੁਸਤਾਨ ਦੀਆਂ ਨੇ, ਪੰਜਾਬ ਨੇ ਵੀ ਉਹਨੂੰ ਅਡਾਪਟ ਕੀਤਾ ਕਿਉਂਕਿ ਉਹ ਵਾਧਿਆ ਸੀ। ਇੱਥੇ ਵੀ ਤਾਂ ਲੋਕ ਹੀ ਰਹਿੰਦੇ ਨੇ, ਪਰ ਇੱਥੇ ਜਿਹੜੀ ਉਸ ਵੇਲੇ ਦੀ ਮੌਜੂਦਾ ਸਰਕਾਰ ਨੇ ਬੜੀ ਚਲਾਕੀ ਕੀਤੀ। ਇੱਕ ਪਾਸੇ ਤਾਂ ਕਹਿਤਾ ਸੀ RT ਐਕਟ ਲਾਗੂ ਕਰਤਾ, ਦੂਜੇ ਪਾਸੇ ਬੜੀ ਤਰੀਕੇ ਦੇ ਨਾਲ ਉਸ ਜਿਹੜੀ ਜ਼ਿੰਮੇਵਾਰੀ ਤੋਂ ਬਚ ਗਏ। ਉਹਨਾਂ ਨੇ ਕੀ ਕੀਤਾ, RT ਐਕਟ ਲਾਗੂ ਕੀਤਾ, ਨਾਲ ਹੀ ਇਹ ਸਰਕੂਲਰ ਵੀ ਜਾਰੀ ਕਰਤਾ ਵੀ ਸਾਡੇ ਤਾਂ ਜਿਹੜੇ ਜੀ ਪੰਜਾਬ ਸਟੇਟ ਦੇ ਵਿੱਚ 3 ਕਿਲੋਮੀਟਰ ਤੋਂ ਲੈ ਕੇ 6 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸਕੂਲ ਖੁੱਲ੍ਹੇ ਹੋਏ ਨੇ। ਪਹਿਲਾਂ ਉਹ ਸਕੂਲ ਭਰਨਗੇ, ਫਿਰ ਅਸੀਂ 25% ਦਾ ਕੋਟੇ ਵਾਸਤੇ ਰਿਕਮੈਂਡ ਕਰਾਂਗੇ, ਫਿਰ ਪ੍ਰਾਈਵੇਟ ਸਕੂਲ ਨੂੰ ਜਮ੍ਹਾਂ ਕਰ ਸਕਦੇ ਆ। ਯਾਨੀ ਕਿ ਸਿੱਧੇ ਤੌਰ ਤੇ ਗੱਲ ਇਹ ਹੋ ਗਈ, ਜੇ ਉਹਨੂੰ ਮੋਟਾ ਸਮਝਣਾ ਚਾਹੀਏ ਤਾਂ ਜਿਹੜੀ ਰਾਈਟ ਟੂ ਫॉर ਕੰਪਲਸਰੀ ਐਜੂਕੇਸ਼ਨ ਐਕਟ ਹੈਗਾ ਉਹਦੇ ਵਿੱਚ ਜਿਹੜੀ ਸਿੱਖਿਆ ਹੈ ਫ੍ਰੀ ਨਹੀਂ ਹੈ। ਪ੍ਰਾਈਵੇਟ ਸਕੂਲ ਨੇ ਸਿੱਖਿਆ ਜ਼ਰੂਰ ਦੇਣੀ ਹੈ, ਪਰ ਦੈਟ ਅਮਾਊਂਟ ਹੈਜ਼ ਟੂ ਬੀ ਰੀਇੰਬਰਸਡ ਬਾਈ ਦੀ ਗਵਰਨਮੈਂਟ ਆਫ ਇੰਡੀਆ। ਉਹ ਤੁਸੀਂ ਸਟੇਟ ਗਵਰਨਮੈਂਟ ਤੇ ਗਵਰਨਮੈਂਟ ਆਫ ਇੰਡੀਆ ਨੇ ਉਹਨੂੰ ਰੀਇੰਬਰਸ ਕਰਨਾ ਹੈ। ਉਹਦਾ ਰੀਇੰਬਰਸ ਦਾ ਫਾਰਮੂਲਾ ਵੀ ਬੜਾ ਸਿੰਪਲ ਜਿਹਾ, ਸਕੂਲ ਦੀ ਫੀਸ 1000 ਰੁਪਈਆ ਹੈ, ਸਰਕਾਰ ਦਾ ਜਿਹੜਾ ਆਪਣਾ ਖਰਚਾ ਆ ਰਿਹਾ ਹੈ ਗਵਰਨਮੈਂਟ ਸਕੂਲ 'ਚ ਪੜ੍ਹਨ ਵਾਲਿਆਂ ਦਾ ਉਹ 800 ਆ ਰਿਹਾ ਹੈ, ਤਾਂ ਸਰਕਾਰ 800 ਰੁਪਏ ਰੀਇੰਬਰਸ ਕਰੇਗੀ। ਜੇ ਸਕੂਲ ਦਾ ਫੀਸ ਹੈਗੀ ਆ 1000 ਰੁਪਈਆ ਐਂਡ ਸਰਕਾਰ ਦਾ ਖਰਚਾ 1500 ਆ ਰਿਹਾ, ਫਿਰ ਉਹ 1000 ਰੁਪਈਆ ਵਿੱਚ ਐਵਰੇਜ ਲੈਸ ਘੱਟ ਦੇਵੇਗੀ। ਪਰ ਸਰਕਾਰ ਨੇ ਤਾਂ, ਪੰਜਾਬ ਸਰਕਾਰ ਨੇ ਉਸ ਵੇਲੇ ਮੌਜੂਦਾ ਨੇ ਮੁੱਦਾ ਹੀ ਖਤਮ ਕਰਤਾ। ਉਹਨਾਂ ਨੇ ਤਾਂ ਇੱਕ ਵੀ ਬੱਚਾ ਜਿਹੜਾ ਹੈਗਾ ਪ੍ਰਾਈਵੇਟ ਸਕੂਲ 'ਚ ਪੜ੍ਹ ਨਹੀਂ ਦਿੱਤਾ 25% ਕੋਟੇ ਦੇ ਵਿੱਚ ਜੀ, ਕਿਉਂਕਿ ਉਹਨਾਂ ਨੇ ਰੀਇੰਬਰਸ ਦੀ ਜ਼ਿੰਮੇਵਾਰੀ ਨਹੀਂ ਚੱਕੀ।
ਉਹਨਾਂ ਨੇ ਡਿਸਓਨ ਕਰਤਾ ਕਿ 3 ਕਿਲੋਮੀਟਰ ਤੋਂ 6 ਕਿਲੋਮੀਟਰ ਸਾਡੇ ਦਾ ਸਕੂਲ ਖੁੱਲ੍ਹੇ ਆ, ਪਹਿਲਾਂ ਉਹ ਸਕੂਲ ਭਰਨਗੇ ਫਿਰ ਅਸੀਂ ਰਿਕਮੈਂਡ ਕਰਾਂਗੇ। ਸੋ ਗੱਲ ਇਹ ਹੈ, ਇਹ ਜਿਹੜਾ ਪ੍ਰੋਬਲਮ ਹੈ ਸਰਕਾਰ ਦੇ ਉੱਤੇ ਹੈ। ਪ੍ਰਾਈਵੇਟ ਸਕੂਲ ਵਾਲੇ ਤਾਂ ਬੈਠੇ ਆ, ਤੁਸੀਂ ਤਾਂ ਸਾਨੂੰ ਅੱਜ ਕਹੋ ਵੀ ਸਾਡੀ ਇਸ ਸਕੂਲ ਦੇ ਵਿੱਚ 2500 ਜਵਾਕ ਪੜ੍ਹਦਾ, ਸਾਨੂੰ ਤੁਸੀਂ ਅੱਜ ਕਹੋ ਵੀ 650 ਬੱਚਾ ਪੜ੍ਹਾਉਣਾ ਹੈ ਜੀ, ਤੇ ਅਸੀਂ ਸਾਡੇ ਦਰਵਾਜ਼ੇ ਖੁੱਲ੍ਹੇ ਆ, ਅਸੀਂ ਬਿਠਾ ਦਾਂਗੇ, ਪੜ੍ਹਾ ਦਾਂਗੇ। ਪਰ ਉਹਦੇ ਜਿਹੜਾ ਐਕਸਪੈਂਡੀਚਰ ਹੈ ਉਹ ਬੀਅਰ ਤਾਂ ਸਰਕਾਰ ਨੇ ਕਰਨਾ, ਸਰਕਾਰ ਇਸ ਗੱਲ ਵਾਸਤੇ ਰੈਡੀ ਨਹੀਂ ਹੈ। ਸੋ ਬਰਾਬਰਤਾ ਵਾਸਤੇ ਤਾਂ ਫਾਰਮੂਲਾ ਕੱਢਿਆ ਹੋਇਆ ਸਰਕਾਰ ਨੇ। ਬੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਚਰਚਾ ਚੱਲਦੀ ਹੈ ਵੀ ਜਿਹੜੇ ਨਿੱਜੀ ਸਕੂਲਾਂ ਦੇ ਮਾਲਕ ਆ, ਕੁਝ ਕੁ ਨੂੰ ਛੱਡ ਕੇ ਬਹੁ ਗਿਣਤੀ, ਉਹ ਅਧਿਆਪਕਾਂ ਨੂੰ ਤਨਖਾਹਾਂ ਉਹਨਾਂ ਦੀ ਯੋਗਤਾ ਮੁਤਾਬਕ ਨਹੀਂ ਦਿੰਦੇ, ਬੇਰੁਜ਼ਗਾਰੀ ਆ। ਹੁਣ ਪੱਤਰਕਾਰ ਵੀ 10-10 ਹਜ਼ਾਰ ਤੇ 8-8 ਹਜ਼ਾਰ ਤੇ ਕੰਮ ਕਰਦੇ, ਉਹ ਵੀ ਵੇਹਨੇ ਆ। ਕੋਈ ਪੱਤਰਕਾਰ 80 ਹਜ਼ਾਰ ਦੇ ਉੱਤੇ ਵੀ ਸ਼ਾਇਦ ਕੰਮ ਕਰਦਾ ਹੋਵੇ। ਪਰ ਮੇਰੇ ਕਈ ਜਾਣਕਾਰ ਆ, ਉਹ ਦੱਸਦੇ ਆ ਜੀ ਕਿ ਅਸੀਂ ਫਲਾਣੇ ਸਕੂਲ ਦੇ ਵਿੱਚ ਲੱਗੇ ਆ, ਸਾਡੇ ਖਾਤੇ ਦੇ ਵਿੱਚ 20,000 ਪਾਉਂਦੇ ਆ, ਅਗਲੇ ਦਿਨ ਕਹਿੰਦੇ ਜੀ 12,000 ਰੁਪਈਆ ਆਪਦੇ ਖਾਤੇ ਚੋਂ ਕਢਵਾ ਕੇ ਸਾਨੂੰ ਤੇ ਕੈਸ਼ ਵਾਪਸ ਕਰਨਾ, ਵੀ ਕਾਗਜ਼ਾਂ ਦੇ ਵਿੱਚ 20 ਮਿਲਦਾ ਉਹਦਾ 8 ਦਿੰਦੇ ਆ। ਇਹ ਹੈ ਤਾਂ ਗਲਤ ਗੱਲ ਕਿ ਨਹੀਂ? ਮੈਂ ਟਾਣਾ ਸਾਹਿਬ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਬਿਲਕੁਲ ਗਲਤ ਗੱਲ ਹੈ। ਬਾਕੀ ਜੋ ਇੱਥੇ ਮੌਜੂਦਾ ਹਾਲਾਤ ਨੇ ਨਾ, ਜਦੋਂ ਆਪਾਂ ਫਿਰ ਮੈਂ ਤੁਹਾਨੂੰ ਫਿਰ ਕਹਿੰਦਾ ਡਿਟੇਲਸ ਵਿੱਚ ਜਾਓਗੇ, ਬਰੀਕੀ 'ਚ ਜਾਓਗੇ, ਫਿਰ ਤੁਹਾਨੂੰ ਪਤਾ ਲੱਗੇਗਾ। ਤੁਸੀਂ ਜੇ ਸਕੂਲ ਨੂੰ ਚਲਾ ਰਹੇ ਹੋ ਨਾ, ਤੇ ਤੁਹਾਨੂੰ ਕੈਲੀਬਰ ਵਾਲੇ ਟੀਚਰ ਚਾਹੀਦੇ ਆ। ਇਟ ਇਜ਼ ਵੈਰੀ ਵੈਰੀ ਡਿਫਿਕਲਟ ਟੂ ਫਾਈਂਡ ਅ ਗੁੱਡ ਟੀਚਰ। ਅੱਜ ਮੌਜੂਦਾ ਹਾਲਾਤ ਇਹ ਨੇ, ਕਿਉਂਕਿ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਚੱਜ ਦਾ ਬੱਚਾ ਤਾਂ ਇੱਥੇ ਰਹਿ ਕੇ ਰਾਜੀ ਨਹੀਂ। ਆਫਟਰ ਆਲ ਹੁਣ ਸਕੂਲ ਤਾਂ ਚਲਾਣੇ ਨੇ। ਦੂਸਰੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਇਹਨਾਂ ਨੂੰ ਆਪਾਂ ਅੰਡਰ ਪੇ ਕਰਦੇ ਪਏ ਆ। ਸਾਡੀ ਤਾਂ ਜਿਹੜੀ ਕੰਪਲੇਂਟ ਇਹ ਆ ਵੀ ਸਾਨੂੰ ਤਾਂ ਕੈਲੀਬਰ ਵਾਲਾ ਟੀਚਰ ਨਹੀਂ ਲੱਭਦਾ। ਸੋ ਇਹ ਜਿਹੜੀਆਂ ਚੀਜ਼ਾਂ ਆਪਸ 'ਚ ਕੰਟਰਾਡਿਕਟਰੀ ਨੇ। ਜਿੱਥੋਂ ਤੱਕ ਤੁਸੀਂ ਜਿਹੜੀ ਗੱਲ ਕਹੀ ਆ 20,000 ਦਾ ਉਹ ਹੈ, ਜਾਂ ਉਹ 12,000 ਦਿੰਦੇ ਨੇ, 8,000 ਵਾਪਸ ਕਰ ਦਿੰਦੇ ਨੇ, ਵਾਟ ਐਵਰ, ਉਹ ਮੈਂ ਕਹਿੰਦਾ ਕਿ ਇੱਕ ਮੈਲ ਪ੍ਰੈਕਟਿਸ ਚੱਲਦੀ ਹੋਏਗੀ ਜ਼ਰੂਰ ਇਹ 'ਚ ਕੋਈ। ਪਰ ਜਿਹੜੇ ਅੱਛੇ ਸਕੂਲ ਨੇ, ਰੈਪਿਊਟਡ ਸਕੂਲ ਨੇ, ਉਹਨਾਂ ਵਿੱਚ ਪ੍ਰੈਕਟਿਸ ਬਿਲਕੁਲ ਨਹੀਂ ਹੈਗੀ। ਇਹ ਜ਼ਰੂਰ ਹੈ ਕਿ ਸਮਟਾਈਮਸ ਕਈ ਚੀਜ਼ਾਂ ਜਿਹੜੀਆਂ ਨੇ ਉਹ ਇਵੈਲੂਏਟ ਨਹੀਂ ਹੁੰਦੀਆਂ। ਮੰਨ ਲਓ ਹੁਣ ਕੋਈ ਬੰਦਾ ਸਰਕਾਰੀ ਟੀਚਰ ਹੈ, ਉਹ ਆਪਣੇ ਕਨਵੈਂਸ 'ਤੇ ਜਾਂਦਾ ਸਕੂਲ ਕੈਂਪਸ ਤੱਕ। ਪ੍ਰਾਈਵੇਟ ਸਕੂਲ ਜਿਹੜੇ ਹੈਗੇ ਨੇ, ਪ੍ਰਾਈਵੇਟ ਸਕੂਲ ਜਿਹੜੇ ਬੱਸਿਸ ਆਉਂਦੀਆਂ ਨੇ, ਉਹਨਾਂ ਵਿੱਚ ਟੀਚਰ ਆ ਜਾਂਦੇ ਨੇ, ਉਹਨਾਂ ਵਿੱਚ ਟੀਚਰ ਚੱਲ ਜਾਂਦੇ। ਇੱਕ ਤਰ੍ਹਾਂ ਦੀ ਉਹਨਾਂ ਨੂੰ ਫ੍ਰੀ ਇਹ ਚੀਜ਼ ਮਿਲੀ ਹੁੰਦੀ ਹੈ। ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਉਹ ਇਸ ਕੈਂਪਸ ਦੇ ਵਿੱਚ ਜਿਹੜੇ ਹੈਗੇ ਆ, ਜਿਹੜੇ ਇੱਥੋਂ ਦੇ ਟੀਚਿੰਗ ਸਟਾਫ ਦੇ, ਨੋਨ ਟੀਚਿੰਗ ਸਟਾਫ ਦੇ, ਉਹ ਪ੍ਰਾਈਵੇਟ ਕੈਂਪਸ ਦੇ ਵਿੱਚ ਫ੍ਰੀ ਆਫ ਕਾਸਟ ਪੜ੍ਹਦੇ ਨੇ। ਜਸਟ ਉਹਨਾਂ ਦੀ 5 ਰੁਪਏ ਜਾਂ 1 ਰੁਪਈਆ ਫੀਸ ਚਾਰਜ ਕੀਤੀ ਜਾਂਦੀ, ਜਸਟ ਟੂ ਮੇਨਟੇਨ ਦੀ ਰਿਕਾਰਡ ਹੈ ਜੀ। ਅਤੇ ਬਾਕੀ ਸਾਰਾ ਕੁਛ ਉਹਨਾਂ ਨੂੰ ਫ੍ਰੀ ਹੁੰਦਾ। ਉਹ ਚੀਜ਼ਾਂ ਇਵੈਲੂਏਟ ਨਹੀਂ ਹੁੰਦੀਆਂ। ਜਦੋਂ ਆਪਾਂ ਇਵੈਲੂਏਟ ਕਰਕੇ ਲਗਾਉਂਦੇ ਹਾਂ ਤਾਂ ਸੈਗਮੈਂਟ 20,000 ਤੋਂ ਵੀ ਉੱਪਰ ਕ੍ਰਾਸ ਕਰ ਜਾਂਦਾ। ਬਾਕੀ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਵੀ ਹੈਗੀਆਂ ਨੇ, ਬਹੁਤ ਸਾਰੇ ਸਕੂਲ ਆ, ਮੈਂ ਇਸ ਚੀਜ਼ ਤੋਂ ਨਕਾਰ ਨਹੀਂ ਕਰਦਾ। ਹਰ ਵਰਗ ਦੇ ਵਿੱਚ, ਹਰ ਸਿਸਟਮ ਦੇ ਵਿੱਚ, ਹਰ ਸੈਗਮੈਂਟ ਦੇ ਵਿੱਚ ਡਿਫਰੈਂਟ ਲੋਕ ਨੇ। ਕੋਈ ਬੰਦਾ ਉਸ ਚੀਜ਼ 'ਚ ਪ੍ਰਸ਼ਾਰਥ ਕਰ ਰਿਹਾ ਹੁੰਦਾ, ਕੋਈ ਚੀਜ਼ ਆ ਉਸ ਦੇ ਵਿੱਚ ਉਹ ਬੇਈਮਾਨੀ ਕਰ ਰਿਹਾ ਹੁੰਦਾ। ਸੋ ਇਹ ਚੀਜ਼ ਹੈ। ਆ ਜਿਹੜੇ ਸਾਡੇ ਦਰਸ਼ਕ ਆ, ਉਹ ਨਾਲ ਕੁਝ ਦ੍ਰਿਸ਼ ਦੇਖ ਰਹੇ ਹੋਣਗੇ ਵੀ ਭਾਈ ਸਕੂਲ ਆ ਜਿਹੜਾ ਇਸ ਵਕਤ ਕਿਸ ਤਰੀਕੇ ਦੇ ਨਾਲ ਸਜਾਇਆ ਹੋਇਆ ਤੇ ਕਿੰਨੇ ਵੱਡੇ ਖੇਤਰਫਲ ਦੇ ਵਿੱਚ ਤੁਹਾਡਾ ਇਹ ਸਕੂਲ ਹੈਗਾ। ਇੱਕ ਸਕੂਲ ਸੰਚਾਲਕ ਦੇ ਨਾਂ ਦੇ ਉੱਤੇ, ਨਿੱਜੀ ਸਕੂਲ ਸੰਚਾਲਕ ਦੇ ਨਾਂ ਦੇ ਉੱਤੇ ਚੁਣੌਤੀਆਂ ਕਿਹੜੀਆਂ-ਕਿਹੜੀਆਂ? ਨਿੱਜੀ ਸਕੂਲ ਦੇ ਨਾਂ 'ਤੇ ਚੁਣੌਤੀਆਂ ਤਾਂ ਬਹੁਤ ਨੇ ਜੀ। ਚੁਣੌਤੀਆਂ ਇਨ ਦਾ ਸੈਂਸ ਇਹ ਨੇ ਕਿ ਸਰਕਾਰ ਜਿਹੜੀ ਹੈਗੀ ਹੈ, ਚਾਹੇ ਉਹ ਸਟੇਟ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ, ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਸਿਸਟਮ ਬਣਾਉਣਾ ਚਾਹੀਦਾ ਕਿ ਜਿਸ ਚੀਜ਼ ਦੇ ਵਿੱਚ ਡੈਫੀਸ਼ੈਂਸੀ ਹੈ ਉਹਦੀ ਭਰਪਾਈ ਕਿੱਥੋਂ ਹੋਏਗੀ? ਸੰਭਾਗ 'ਚੋਂ ਹੋਏਗੀ। ਸਪੋਜ਼ ਕਰੋ ਸਰਕਾਰ ਕੋਲ ਇੱਕ ਤੰਤਰ ਹੈ, ਉਹਨੂੰ ਪੂਰਾ ਨਹੀਂ ਕਰ ਪਾ ਰਹੀ, ਤਾਂ ਪ੍ਰਾਈਵੇਟ ਐਂਟਰਪ੍ਰੇਨਿਓਰ ਨੇ ਆ ਕੇ ਉਹਨੂੰ ਪੂਰਾ ਕਰਨਾ। ਮੰਨ ਲਓ ਆਪਾਂ ਇੱਕ ਡਿਫੈਂਸ ਦੀ ਗੱਲ ਕਰਦੇ ਹਾਂ, ਡਿਫੈਂਸ ਵਿੱਚ ਮੰਨ ਲਓ ਕੋਈ ਗੋਲੀ ਸਿੱਕਾ ਬਣਾਉਣਾ ਹੈ, ਸਰਕਾਰ ਕੋਲ ਉਹਨਾਂ ਤੰਤਰ ਨਹੀਂ ਹੈਗਾ, ਤੇ ਪ੍ਰਾਈਵੇਟ ਇੰਡਸਟਰੀਜ਼ ਨੂੰ ਕਹਿਣਾ ਪਏਗਾ ਤੁਸੀਂ ਬਣਾਓ। ਜਿੱਦਾਂ ਤੁਸੀਂ ਦੇਖਿਆ ਕਰੋਨਾ ਦੇ ਵਿੱਚ ਆਕਸੀਜਨ ਸਿਲੰਡਰ ਨਹੀਂ ਮਿਲੇ, ਤਾਂ ਜਿਹੜੇ ਇੰਡਸਟਰੀਜ਼ ਵਾਲੇ ਸੀ, ਟਾਟਾਸ ਵਾਲਿਆਂ ਨੇ ਸਾਰਾ ਆਕਸੀਜਨ ਦਾ ਆਪਣਾ ਪਲਾਂਟ ਹੀ ਚੱਕ ਕੇ ਮੈਡੀਕਲ ਦੇ ਉੱਤੇ ਸਪੋਰਟ ਕਰ ਦਿੱਤਾ। ਸੋ ਜਿਹੜੀ ਪ੍ਰਾਈਵੇਟ ਐਂਟਰਪ੍ਰੇਨਿਓਰ ਐਜੂਕੇਸ਼ਨ ਦੇ ਵਿੱਚ ਵੀ ਉਹਨਾਂ ਨੂੰ ਵੀ ਇੱਕ ਚੰਗੀ ਨਿਗਾਹ ਦੇ ਨਾਲ, ਇੱਕ ਪ੍ਰੋਤਸਾਹਨ ਦੇ ਨਾਲ ਉਹਨੂੰ ਦੇਖਣਾ ਚਾਹੀਦਾ। ਚੁਣੌਤੀਆਂ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ, ਸਰਕਾਰ ਨੇ ਇੱਕ ਪਾਸੇ ਤਾਂ ਕਿਹਾ ਹੋਇਆ ਹੈ ਕਿ ਇੱਕ ਚੈਰਿਟੀ ਹੈ, ਦੂਜੇ ਪਾਸੇ ਜੇ ਤੁਸੀਂ ਬਿਲਡਿੰਗ ਸੇਫਟੀ ਲੈਣਾ ਉਹਦੀ ਫੀਸ ਦੇਖੋ ਕਿੰਨੀ ਕਰਤੀ, 15-15, 20,000। ਫਾਇਰ ਸੇਫਟੀ ਲੈਣਾ ਉਹਦੀ 15-15, 20,000 ਤੁਸੀਂ ਫੀਸ ਕਰ ਦਿੱਤੀ। ਦੂਜੇ ਪਾਸੇ ਗਵਰਨਮੈਂਟ ਸਕੂਲਸ ਨੇ, ਉਹਨਾਂ ਦਾ ਬਿਜਲੀ ਦਾ ਟੈਰਿਫ ਬਿੱਲ ਜਿਹੜਾ ਆ ਰਿਹਾ ਡੋਮੈਸਟਿਕ ਆ ਰਿਹਾ, ਸਾਡਾ ਕਮਰਸ਼ੀਅਲ ਆ ਰਿਹਾ। ਕਿ ਉੱਥੋਂ ਬਿਜਲੀ ਵੱਖਰੀ ਆ ਰਹੀ ਹੈ, ਸਾਡੇ ਕੋਲ ਵੱਖਰੀ ਆ ਰਹੀ ਹੈ, ਵੀ ਉਹ ਹਾਈਡਲ ਪ੍ਰੋਜੈਕਟ ਤੋਂ ਆ ਰਹੀ ਹੈ ਤੇ ਸਾਡੇ ਵਾਲੀ ਕੋਲਿਆਂ ਤੋਂ ਬਣੀ ਆ ਰਹੀ ਹੈ। ਸੋ ਇਹ ਫਰਕ ਹੈਗਾ। ਸਰਕਾਰਾਂ ਜਿਹੜੀਆਂ ਹੈਗੀਆਂ ਨਾ, ਉਹਨੂੰ ਇੱਕ ਹੀ ਸਿਸਟਮ ਦੇ ਨਾਲ ਦੇਖਣਾ ਚਾਹੀਦਾ। ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨੇ। ਟਰਾਂਸਪੋਰਟ ਹੈ, ਬਹੁਤ ਸਾਰੀਆਂ ਹਿੰਦੁਸਤਾਨ ਦੀਆਂ ਸਟੇਟਾਂ ਨੇ, ਉੱਥੇ ਜਿਹੜੀਆਂ ਸਕੂਲ ਦੀ ਟਰਾਂਸਪੋਰਟ ਫ੍ਰੀ ਹੈ। ਤੁਸੀਂ ਦੇਖਿਆ ਹੋਏਗਾ ਕਾਲਜਸ ਦੇ ਵਿੱਚ ਜਦੋਂ ITI ਦੇ ਬੱਚੇ ਪੜ੍ਹਦੇ ਨੇ, ਉਹਨਾਂ ਦੇ ਪਾਸ ਬਣੇ ਹੁੰਦੇ ਨੇ, ਠੀਕ ਹੈ ਜੀ। ਸਾਡੇ ਕੋਲ ਅਸੀਂ ਜਿਹੜੀਆਂ ਟਰਾਂਸਪੋਰਟ ਚਲਾਉਂਦੇ ਆ, ਸਾਡੇ ਤੋਂ ਟੈਕਸ ਪੂਰਾ ਲਿਆ ਜਾਂਦਾ, ਇੰਸ਼ੋਰੈਂਸ ਸਾਨੂੰ ਕਰਾਉਣਾ ਪੈਂਦਾ, ਪਾਸਿੰਗ ਸਾਡੀ ਹੁੰਦੀ ਹੈ। ਦੂਸਰੇ ਪਾਸੇ ਇੱਕ ਬੱਸ ਹੈ ਜੀ, ਤੁਸੀਂ ਇੱਕ ਪ੍ਰਾਈਵੇਟ ਐਂਟਰਪ੍ਰੇਨਿਓਰ ਹੋ, ਤੁਸੀਂ ਇੱਕ ਪਰਮਿਟ ਲਿਆ, ਤੁਸੀਂ ਫਿਰੋਜ਼ਪੁਰ ਤੋਂ ਚੰਡੀਗੜ੍ਹ ਬੱਸ ਚਲਾਉਂਦੇ, ਠੀਕ ਹੈ ਜੀ, ਉਹ ਤੁਸੀਂ ਰਨ ਕਰਦਾ ਤੁਹਾਡਾ ਡਰਾਈਵਰ। ਤੁਸੀਂ ਮੰਨ ਲਓ ਆਪਾਂ ਅਪ ਕਰਦੇ ਹਾਂ ਤਕਰੀਬਨ 170-225 ਆਪਣਾ
100 ਕਿਲੋਮੀਟਰ 100 ਕਿਲੋਮੀਟਰ ਅਪ 200 ਕਿਲੋਮੀਟਰ ਡਾਊਨ ਹੋ ਗਿਆ, 450 ਕਿਲੋਮੀਟਰ ਦਾ ਅਪ ਐਂਡ ਡਾਊਨ ਬਣਿਆ ਜੀ ਕਿਤੇ ਦਾ। 15 ਸਾਲ ਉਹਨੇ ਚੱਲਣਾ, ਕੈਲਕੂਲੇਸ਼ਨ ਲਾ ਲਓ। ਸਕੂਲ ਦੀ ਇੱਕ ਬੱਸ ਹੈ, ਉਹ ਵੀ ਉਸ ਦਿਨ ਪਰਚੇਜ਼ ਕੀਤੀ ਗਈ ਹੈ, ਉਹ ਚੱਲਦੀ ਹੈ ਰੋਜ਼ ਦੀ 10 ਕਿਲੋਮੀਟਰ, 5 ਕਿਲੋਮੀਟਰ ਅਪ 5 ਕਿਲੋਮੀਟਰ, ਜੋ ਥੋੜਾ ਵੱਡਾ ਰੂਟ ਹੈ 10 ਕਿਲੋਮੀਟਰ ਅਪ 10 ਕਿਲੋਮੀਟਰ ਡਾਊਨ। 365 ਦਿਨਾਂ 'ਚੋਂ 235 ਦਿਨ ਚੱਲਦੀ ਹੈ, ਕਿਉਂਕਿ 140 ਦਿਨ ਦਾ ਛੁੱਟੀਆਂ 130 ਦਿਨ ਦਾ ਛੁੱਟੀਆਂ 'ਚ ਨਿਕਲ ਜਾਂਦੇ ਨੇ। ਉਹਦਾ ਟਰਨਓਵਰ ਵੀ 15 ਸਾਲ, ਉਹਦਾ ਟਰਨਓਵਰ ਵੀ 15 ਸਾਲ, ਉਹਦੀ ਕਿੰਨੀ ਡੈਪਰੀਸ਼ੀਏਸ਼ਨ ਹੋਈ, ਦੀ ਕਿੰਨੀ ਡੈਪਰੀਸ਼ੀਏਸ਼ਨ ਹੋਈ। ਇਹ ਮਾਨਦੰਡ ਜਿਹੜੇ ਆ ਥੋੜ੍ਹੇ ਡਿਫਰੈਂਸ ਕਰਨੇ ਚਾਹੀਦੇ ਨੇ। ਦੇਖੋ, ਇੱਕ ਅਸੀਂ ਡੈਫੀਸ਼ੀਐਂਸੀ 'ਚ ਐਜੂਕੇਸ਼ਨ ਸਿਸਟਮ ਦੇ ਵਿੱਚ, ਉਹ ਸਰਕਾਰ ਨੂੰ ਪ੍ਰੋਤਸਾਹਨ ਦੇਣਾ ਬਣਦਾ। ਦੂਜੇ ਪਾਸੇ ਜੀ ਤੁਸੀਂ ਇੱਕ ਸਕੂਲ ਬਣਾਉਣਾ, ਪਹਿਲਾਂ ਤੁਸੀਂ CLU ਲਾਓ ਜੀ, ਇੰਨੀਆਂ ਨੋਰਮਸ ਰੱਖ ਦਿੱਤੀਆਂ, ਇੰਨੀਆਂ। ਹੁਣ ਕਰੋਨਾ ਨਿਕਲਿਆ ਜੀ, ਕਿੰਨਾ ਰੌਲਾ ਪੈਂਦਾ ਸੀ ਰਿਜ਼ਰਵ ਫੰਡ ਦਾ ਜੀ। ਇੱਕ ਸਕੂਲ ਤੁਸੀਂ ਬਣਾਉਣਾ, ਸਕੂਲ ਬਣਾਉਣ ਦੇ ਲਈ ਇੱਕ ਨੋਰਮਸ ਹੈ, ਤੁਸੀਂ NOC ਗੇਨ ਕਰਨੀ ਹੈ ਸਟੇਟ ਤੋਂ ਜੀ। ਉਹਦੇ ਵਿੱਚ ਉਹ ਕਹਿੰਦੇ ਜੀ 6 ਮੰਥਸ ਦੀ, ਜਿੰਨਾ ਤੁਹਾਡੇ ਕੋਲ ਸਟਾਫ ਹੈ, ਚਾਹੇ ਟੀਚਿੰਗ ਹੈ ਚਾਹੇ ਨਾਨ ਟੀਚਿੰਗ ਹੈ, ਉਹਦੀ 1 ਮਹੀਨੇ ਦੀ ਤਨਖਾਹ ਬਣਾ ਲਓ, 6 ਨਾਲ ਗੁਣਾ ਕਰ ਲਓ। ਜੇ ਮੰਨ ਲਓ ਤੁਹਾਡੀ 1 ਮਹੀਨੇ ਦੀ ਤਨਖਾਹ 4 ਲੱਖ ਰੁਪਈਆ, ਤਾਂ 24 ਲੱਖ ਰੁਪਏ ਤੁਸੀਂ ਜਮ੍ਹਾਂ ਕਰਾਓ। ਠੀਕ ਹੈ ਜੀ। ਉਹ ਇੱਕ ਇੱਦਾਂ ਦੇ ਬਲਾਈਂਡ ਖਾਤੇ ਵਿੱਚ ਜਮ੍ਹਾਂ ਕਰਾ ਦੇਣਾ ਜਿਹੜਾ ਤੁਹਾਨੂੰ ਆਪ ਨੂੰ ਨਹੀਂ ਪਤਾ ਕਿੱਥੇ ਚਲਾ ਗਿਆ। ਠੀਕ ਹੈ ਜੀ। ਜਦ ਕਿ ਕਾਨੂੰਨ ਜਿਹੜਾ ਐਜੂਕੇਸ਼ਨ ਜਿਹੜਾ ਕੋਡ ਹੈਗਾ, ਉਹ ਕੀ ਕਹਿੰਦਾ ਕਿ ਦੈਟ ਰਿਜ਼ਰਵ ਫੰਡ ਹੈਜ਼ ਟੂ ਬੀ ਕ੍ਰੀਏਟਡ ਇਨ ਦਾ ਨੇਮ ਆਫ ਦਾ ਸਕੂਲ, ਦੇ ਨਾਂ 'ਤੇ ਹੋਣਾ ਚਾਹੀਦਾ, ਅਤੇ ਉਹਦਾ ਇੰਟਰਸਟ ਜਿਹੜਾ ਉਹਦਾ ਬੈਨੀਫਿਟ ਸਕੂਲ ਨੂੰ ਹੀ ਜਾਣਾ ਚਾਹੀਦਾ। ਸਾਨੂੰ ਪਤਾ ਹੀ ਨਹੀਂ ਹੈ। ਫਿਰ ਅਸੀਂ ਦੂਜੇ ਪਾਸੇ ਹੁਣ ਅਸੀਂ RTI ਲਾਉਣ ਜਾ ਰਹੇ ਹਾਂ ਕਿ ਕਿਆ ਜਿਹੜਾ ਰਿਜ਼ਰਵ ਫੰਡ ਸਟੇਟ ਗਵਰਨਮੈਂਟ ਨੇ ਇਕੱਠਾ ਕੀਤਾ ਹੈ ਪ੍ਰਾਈਵੇਟ ਐਂਟਰਪ੍ਰੇਨਿਓਰਸ ਤੋਂ, ਸਕੂਲਾਂ ਤੋਂ, ਹਾਂਜੀ, ਕਿਆ ਉਹ ਕਿਤੇ ਇੱਕ ਜਗ੍ਹਾ 'ਤੇ ਵੀ ਯੂਜ਼ ਹੋਇਆ ਅੱਜ ਤੱਕ? ਕਿਉਂਕਿ ਇੱਕ ਤਾਂ ਪਹਿਲਾਂ ਤਾਂ ਅਸੀਂ ਵੈਸੇ ਇੱਕ ਹਾਈਪੋਥੇਸਿਸ ਲੈਂਦੇ ਸੀ ਨਾ ਜੀ, ਮੰਨ ਲਓ, ਪਰ ਹੁਣ ਤਾਂ ਕਰੋਨਾ ਲੰਘ ਕੇ ਗਿਆ ਤੇ ਉਹਦੇ ਵਿੱਚ ਵੀ ਸਰਕਾਰ ਨੇ ਇੱਕ ਚੁਆਨੀ ਨਹੀਂ ਦਿੱਤੀ ਕਿਸੇ ਸਕੂਲ ਨੂੰ, ਟ੍ਰਾਂਸਫਰ ਨਹੀਂ ਕੀਤਾ, ਤੇ ਫਿਰ ਉਹਦਾ ਫਾਇਦਾ ਕੀ ਹੋਇਆ? ਐਡੀ ਵੱਡੀ ਕਲੈਮਿਟੀ ਦੁਨੀਆ ਦੇ ਵਿੱਚ ਆ ਗਈ, ਤੁਸੀਂ ਉਸ ਟੈਨਿਓਰ ਦੇ ਵਿੱਚ ਜਦੋਂ ਸਕੂਲਾਂ ਵਿੱਚ ਤਰਾਹੀ ਮਚ ਗਈ, ਤੁਸੀਂ ਤਾਂ ਆਰਡਰ ਕਰ ਦਿੱਤਾ ਵੀ ਤੁਸੀਂ ਫੀਸ ਨਹੀਂ ਲੈਣੀ, ਤਨਖਾਹਾਂ ਪੂਰੀਆਂ ਦੇਣੀਆਂ ਨੇ, ਕਿਸੇ ਦੇ ਵੇਜਸ ਕੱਟ ਨਹੀਂ ਸਕਦੇ, ਕਿਸੇ ਨੂੰ ਨੌਕਰੀ ਹਟਾ ਨਹੀਂ ਸਕਦੇ, ਜੇ ਬਾਹਰ ਦੇ ਸਟੇਟ ਕੁਆਰੰਟਾਈਨ ਹੋ ਗਿਆ ਉਹਨੂੰ ਵੀ ਹਾਜ਼ਰ ਮੰਨਿਆ ਜਾਏ। ਤੇ ਦੂਜੇ ਪਾਸੇ ਤੁਸੀਂ ਕੀ ਕਹਿੰਦੇ ਹੋ ਕਿ ਅਸੀਂ ਜੀ ਬੜਾ ਅਕੋਮੋਡੇਟ ਕਰਦੇ ਸਕੂਲ ਨੂੰ। ਕਿਹੜਾ ਅਕੋਮੋਡੇਟ? ਤੁਸੀਂ ਤਾਂ ਸਕੂਲਾਂ ਦਾ, ਜਿਵੇਂ ਆਪਾਂ ਕਹਿੰਦੇ ਨਾ, ਗਲ ਦੇ ਵਿੱਚ ਰੱਸੀ ਪਾ ਕੇ ਉਹਨੂੰ ਕੁੱਟਿਆ ਹੋਇਆ। ਜੇ ਸਰਕਾਰ ਪ੍ਰੋਤਸਾਹਨ ਦਿੰਦੀ ਤਾਂ ਸ਼ਾਇਦ ਜਿਹੜਾ ਹਿੰਦੁਸਤਾਨ ਦੇ ਵਿੱਚ ਪੰਜਾਬ ਦਾ ਉਹੀ ਰੁਤਬਾ ਰਹਿਣਾ ਸੀ ਜਿਹੜਾ ਕਿਸ ਟਾਈਮ ਪੰਜਾਬ ਦਾ ਹੁੰਦਾ। ਤੁਹਾਡੀਆਂ ਗੱਲਾਂ ਤੋਂ ਲੱਗਦਾ ਵੀ ਜਿਹੜੇ ਨਿੱਜੀ ਸਕੂਲਾਂ ਦੇ ਸੰਚਾਲਕ ਆ ਉਹ ਵੀ ਪੀੜਤ ਆ ਸਰਕਾਰੀ ਨਿਯਮਾਂ ਦੇ, ਬਹੁਤ ਜ਼ਿਆਦਾ। ਉਧਰ ਜਿਹੜੇ ਸਰਕਾਰੀ ਮੁਲਾਜ਼ਮ ਆ, ਸਰਕਾਰੀ ਟੀਚਰ ਆ, ਉਹ ਵੀ ਪੀੜਤ ਆ। ਉਹ ਕਹਿੰਦੇ ਵੀ ਕੱਚਿਆਂ ਨੂੰ ਪੱਕੇ ਨਹੀਂ ਕਰਦੇ, ਬੇਰੁਜ਼ਗਾਰਾਂ ਨੂੰ ਅਸਾਮੀਆਂ ਤੇ ਨਹੀਂ ਰੱਖਦੇ ਕਿ ਅਸੀਂ ਵੀ ਪੀੜਤ ਆ, ਸਕੂਲਾਂ ਦੇ ਹਾਲਾਤ ਮਾੜੇ ਆ। ਫਿਰ ਹੈ ਕਿਹੜਾ ਪਾਸਾ ਚੰਗਾ? ਦੇਖੋ, ਜਦੋਂ ਤੁਸੀਂ ਕਿਸੇ ਵੀ ਗੱਲ ਦੇ ਈਥਿਕਸ ਤੋਂ, ਪ੍ਰਿੰਸੀਪਲਸ ਤੋਂ ਸਿਧਾਂਤਕ ਗਲਤੀ ਹੋ ਜਾਏਗੀ, ਉਹ ਸਾਰੇ ਦੇ ਸਾਰੇ ਪੀੜਤ ਹੋ ਜਾਣਗੇ। ਜਦੋਂ ਤੁਸੀਂ ਉਹਨਾਂ ਨੂੰ, ਆਪਾਂ ਕਹਿੰਦੇ ਨਾ, ਇੱਕ ਤੁਸੀਂ ਦੇਖਿਆ ਹੋਣਾ ਦੰਦੇ ਚੱਲਦੇ ਆ ਰਹੀ ਹੈ, ਜਦੋਂ ਫਿੱਟ ਚੱਲਦੇ ਆ ਤਾਂ ਬੜੀ ਸਮੂਥਲੀ ਚੱਲਦੀ ਹੈ, ਤੇ ਜੇ ਦੰਦੇ ਦਾ ਦੰਦਾ ਪਿੱਟਣ ਲੱਗ ਜਾਏ ਫਿਰ ਕੀ ਹੋਏਗਾ? ਭੁਰ ਜਾਣਗੇ ਸਾਰੇ ਜੀ। ਸੋ ਉਹ ਸਥਿਤੀ ਬਣੀ ਹੋਈ ਹੈ, ਉਹ ਦੰਦੇ ਦਾ ਦੰਦਾ ਭੁਰਦਾ ਪਿਆ। ਕਾਰਨ ਕੀ ਹੈ? ਸਿਧਾਂਤਕ ਗਲਤੀ ਹੋਈਆਂ ਨੇ। ਮੈਂ ਤੁਹਾਨੂੰ ਜਿਵੇਂ ਦੱਸਿਆ, RTI ਐਕਟ ਬਾਕੀ ਸਟੇਟਾਂ ਬਹੁਤ 'ਚ ਲਾਗੂ ਹੋਇਆ ਜੀ। ਉੱਥੇ ਉਹਨਾਂ ਨੇ ਅੱਜ ਵੀ ਉਹ ਸਿਸਟਮ ਚੱਲਦਾ ਪਿਆ ਕਿ ਉਹ ਜਿਹੜੇ ਉਸ ਵਰਗ ਦੇ ਬੱਚੇ ਹੈਗੇ ਆ, ਜਿਹੜਾ ਨੀਡੀ ਵਰਗ ਹੈਗਾ, ਉਹਨਾਂ ਦੇ ਬੱਚੇ ਉਸੇ ਪ੍ਰਾਈਵੇਟ ਕੈਂਪਸ ਦੇ ਵਿੱਚ ਪੜ੍ਹ ਰਹੇ ਆ। ਇੱਕ ਪਾਸੇ ਇੰਡਸਟਰੀਅਲਿਸਟ ਦਾ ਬੱਚਾ ਬੈਠਾ, ਇੱਕ ਪਾਸੇ ਉਹ ਬੱਚਾ ਬੈਠਾ, ਪਰ ਉਹਦੀ ਅਮਾਊਂਟ ਕੌਣ ਰੀਇੰਬਰਸ ਕਰ ਰਿਹਾ? ਸਟੇਟ ਗਵਰਨਮੈਂਟ ਕਰ ਰਹੀ ਹੈ। ਠੀਕ ਹੈ ਜੀ। ਉਹ ਉਹਨਾਂ ਸਟੇਟਾਂ ਦੀ ਗੱਲ ਆ ਜਿੱਥੇ ਭਰਮਾਰ ਬਹੁਤ ਜ਼ਿਆਦਾ, ਸਕੂਲ ਕੈਂਪਸ ਬਹੁਤ ਘੱਟ ਸੀ। ਉਹਨਾਂ ਨੇ ਕੀ ਹੱਲ ਕੱਢਿਆ ਜੀ ਉਹਦਾ? ਉਹਨਾਂ ਨੇ ਡੇ ਐਂਡ ਨਾਈਟ ਸਕੂਲ ਚਲਾਤੇ, ਮੀਨਸ 2 ਸ਼ਿਫਟਾਂ ਸਕੂਲ ਚੱਲਦਾ ਜੀ, ਪ੍ਰਾਈਵੇਟ ਵੀ ਸਰਕਾਰੀ ਵੀ। ਇੱਕ ਸ਼ਿਫਟ ਸਵੇਰੇ ਚੱਲਦੀ, ਇੱਕ ਸ਼ਾਮ ਨੂੰ ਚੱਲਦੀ, ਕਿਉਂਕਿ ਉਹਨਾਂ ਸਕੂਲ ਇਨਫਰਾਸਟ੍ਰਕਚਰ ਬਣਾ ਹੀ ਨਹੀਂ ਸਕਦੇ, ਇਹਨੇ ਪੈਸੇ ਹੀ ਨਹੀਂ ਸਰਕਾਰਾਂ ਕੋਲ ਜੀ। ਸੋ ਉਹਨਾਂ ਨੇ ਇਨਫਰਾਸਟ੍ਰਕਚਰ ਨੂੰ 2 ਜਗ੍ਹਾ ਯੂਜ਼ ਕਰ ਲਿਆ। ਇੰਪਲਾਈਜ਼ 2 ਵਾਰੀ ਆਉਂਦੇ ਨੇ, ਇੱਕ ਮਾਰਨਿੰਗ ਵਾਲੇ ਇੰਪਲਾਈਜ਼, ਇੱਕ ਈਵਨਿੰਗ ਵਾਲੇ ਇੰਪਲਾਈ। ਸੋ ਕਹਿਣ ਦਾ ਭਾਵ, ਜੇ ਹੱਲ ਕੱਢਣਾ ਹੈ, ਹੱਲ ਹਰ ਇੱਕ ਚੀਜ਼ ਦਾ ਹੈਗਾ, ਪਰ ਗੱਲ ਇਹ ਹੈ ਕਿ ਜੇ ਤੁਹਾਡੀ ਮਨਸ਼ਾ ਸਹੀ ਹੋਣੀ ਚਾਹੀਦੀ ਹੈ, ਤੁਹਾਨੂੰ ਇੱਕ ਫੇਅਰ ਮਨ ਦੇ ਨਾਲ ਉਹਨੂੰ ਫੋਕਸ ਕਰਨਾ ਪਏਗਾ, ਫਿਰ ਉਹਦਾ ਹੱਲ ਨਿਕਲੇਗਾ। ਮਾਪਿਆਂ ਦੇ ਚਿਹਰੇ ਤੇ ਖੁਸ਼ੀ ਦਾ ਖੇੜਾ ਵੇਖਿਆ। ਉਹ ਕਹਿੰਦੇ ਭਗਵੰਤ ਮਾਨ ਸਰਕਾਰ ਨੇ ਆਉਣ ਸਾਰੀ ਥੋੜ੍ਹਾ ਜਿਹਾ ਸ਼ਿਕੰਜਾ ਕੱਸਤਾ, ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਬੰਦ ਕਰਤੀਆਂ। ਇਹ ਗੱਲ ਸਹੀ ਹੈ? ਤੁਸੀਂ ਮੰਨਦੇ ਹੋ ਵੀ ਭਾਈ ਜਿਹੜੀਆਂ ਵਰਦੀਆਂ ਪਹਿਲਾਂ ਉਹਦੇ ਵਿੱਚੋਂ ਵੀ ਕਮਿਸ਼ਨਾਂ ਆਉਂਦੀਆਂ ਸੀ, ਕਿਤਾਬਾਂ ਦੇ ਵਿੱਚੋਂ ਵੀ ਆਉਂਦੀਆਂ ਸੀ ਕਿ ਫਲਾਣੀ ਦੁਕਾਨ ਤੋਂ ਹੀ ਲੈਣੀਆਂ ਵਰਦੀਆਂ, ਫਲਾਣੀ ਥਾਂ 'ਤੇ ਬੂਟ ਆਉਣਗੇ, ਉੱਥੋਂ ਹੀ ਜਰਾਬਾਂ ਆਉਣਗੀਆਂ, ਟਾਈ ਵੀ ਉੱਥੇ ਹੀ ਆਊਗੀ ਬੱਚੇ ਦੀ? ਇਹ ਮੰਨਦੇ ਵੀ ਕਮਿਸ਼ਨਾਂ ਆਉਂਦੀਆਂ ਸੀ? ਦੇਖੋ, ਮੈਂ ਇਹ ਤਾਂ ਨਹੀਂ ਕਹਿੰਦਾ ਕਮਿਸ਼ਨਾਂ ਆਉਂਦੀਆਂ ਸੀ ਜਾਂ ਨਹੀਂ ਆਉਂਦੀਆਂ ਸੀ, ਕਿਉਂਕਿ ਮੈਂ ਉਹਦੇ ਲਈ ਇੱਕ ਆਥੋਰਾਈਜ਼ ਪਰਸਨ ਨਹੀਂ ਹੈਗਾ, ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦੇਣਾ ਟੈਣਾ ਸਾਹਿਬ, ਇਹ ਵੀ ਇੱਕ ਕੰਟਰਾਡਿਕਟਰੀ ਮਿਥ ਬਣਿਆ ਹੋਇਆ ਹੈ, ਕੰਟਰਾਡਿਕਟਰੀ ਗੱਲ ਹੈਗੀ ਆ। ਮੈਂ ਤੁਹਾਨੂੰ ਇਸ ਯੂਨੀਫਾਰਮ ਦੀ ਤੁਸੀਂ ਗੱਲ ਕੀਤੀ ਹੈ, ਮੈਂ ਤੁਹਾਨੂੰ ਯੂਨੀਫਾਰਮ ਦੇ ਫੰਡੇ 'ਚ ਲੈ ਕੇ ਜਾਣਾ ਚਾਹਾਂਗਾ। ਯੂਨੀਫਾਰਮ ਦੀ ਲੋੜ ਕਿੱਥੇ ਪਈ? ਯੂਨੀਫਾਰਮ ਦੀ ਲੋੜ ਉੱਥੇ ਪਈ ਜਿਨ੍ਹਾਂ ਕੰਟਰੀਆਂ ਦੇ ਵਿੱਚ ਡੈਵੀਏਸ਼ਨ ਨਹੀਂ ਹੈਗੀ ਸਮਾਜ ਦੇ ਵਿੱਚ, ਉੱਥੇ ਯੂਨੀਫਾਰਮ ਨਹੀਂ ਹੈਗੀ। ਅਮਰੀਕਾ ਦੀਆਂ ਬਹੁਤ ਸਾਰੀਆਂ ਸਟੇਟਸ ਨੇ, ਉੱਥੇ ਸਕੂਲਾਂ 'ਚ ਯੂਨੀਫਾਰਮ ਨਹੀਂ ਹੈਗੀ, ਕਿਉਂਕਿ ਉੱਥੇ ਕੀ ਹੈ, ਸਭ ਦੀ ਇਨਕਮ ਇੱਕੋ ਜਿਹੀ ਹੈ। ਹੁਣ ਮੰਨ ਲਓ ਤੁਹਾਡੇ ਸ਼ਰਟ ਪਾਈ ਹੈ, ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਤੁਹਾਡੀ ਸ਼ਰਟ ਦੀ ਕੀਮਤ ਜਿਹੜੀ ਸਭ ਤੋਂ ਐਕਸਪੈਂਸਿਵ ਸ਼ਰਟ ਹੈ ਉਹਦੀ ਕੀਮਤ ਹੈਗੀ $200 ਜੀ। $201 ਦੀ ਸ਼ਰਟ ਹੀ ਨਹੀਂ ਉੱਥੇ।
ਤੁਹਾਡੇ ਬੱਚੇ ਦੀ ਵੀ 200 ਵਾਲੀ ਪਾਈ ਆ, ਮੇਰੇ ਵਾਲੇ ਦੀ ਵੀ 200 ਪਾਈ ਆ। ਆਪਣੀ ਦੋਵਾਂ ਦੀ ਜਿਹੜੀ ਆ ਠੀਕ ਆ, ਤੁਸੀਂ $20,000 ਕਮਾਉਂਦੇ ਹੋਗੇ, ਮੈਂ 19,000 ਕਮਾਉਂਦਾ ਹੋਊਗਾ, ਪਰ ਆਪਣਾ ਜਿਹੜਾ ਹੈਗਾ ਲੈਵਲ ਇੱਕੋ ਹੀ ਆ। ਉੱਥੇ ਉਹਨੂੰ ਯੂਨੀਫਾਰਮ ਦੀ ਲੋੜ ਹੀ ਨਹੀਂ। ਸਮੱਸਿਆ ਕਿੱਥੇ ਆਈ, ਜਦੋਂ ਤੁਹਾਡੀ ਕਲਾਸ ਦੇ ਵਿੱਚ 40 ਬੱਚੇ ਬੈਠੇ ਆ ਤੇ 40 ਡਿਫਰੈਂਟ ਇਨਕਮ ਸੋਰਸ ਆਫ ਸੋਸਾਇਟੀ ਜੋ ਆ ਰਹੇ, ਠੀਕ ਹੈ ਜੀ, ਅਲੱਗ-ਅਲੱਗ ਬੱਚੇ ਆ ਰਹੇ ਆ। ਉੱਥੇ ਇੱਕ ਬੱਚਾ ਤਾਂ ਪਾ ਕੇ ਆ ਗਿਆ ਜੀ 2000 ਮੀਟਰ ਵਾਲੀ ਆਪਣੀ ਕੱਪੜੇ ਪਾ ਕੇ ਆ ਗਿਆ, ਦੂਜਾ ਬੱਚਾ 200 ਰੁਪਏ ਦੀ ਯੂਨੀਫਾਰਮ ਪਾ ਕੇ ਆ ਗਿਆ, ਤੇ ਉਹ ਤਾਂ ਫਿਰ ਉਹਦੀ ਯੂਨੀਫਾਰਮ ਹੀ ਦੇਖੀ ਜਾਊਗਾ, ਪੜ੍ਹਨਾ ਤਾਂ ਹੈ ਹੀ ਨਹੀਂ, ਉਹ ਧਿਆਨ ਤਾਂ ਉਹ ਜਾਣਾ ਹੀ ਨਹੀਂ, ਉਹ ਤਾਂ ਉਹਦੀ ਯੂਨੀਫਾਰਮ ਹੀ ਦੇਖੀ ਜਾਊਗਾ। ਫਿਰ ਉੱਥੇ ਜਿਸ ਬੰਦੇ ਨੇ ਕੱਢਿਆ ਸੀ ਉਹ ਕਹਿੰਦਾ ਵੀ ਇਹਨਾਂ ਦੀ ਯੂਨੀਫਾਰਮ ਲਵਾਓ, 2000 ਵਾਲੇ ਦੇ ਵੀ 200 ਵਾਲੀ ਪਵਾ ਦਿਓ, 200 ਵਾਲੇ ਦੇ 2000 ਵਾਲੀ ਤਾਂ ਨਹੀਂ ਪਵਾ ਸਕਦੇ, ਪਰ 2000 ਵਾਲੇ 200 ਵਾਲੀ ਤਾਂ ਪਵਾ ਸਕਦੇ। ਇਹ ਸੀ ਯੂਨੀਫਾਰਮ ਦਾ ਰੂਲ। ਹੁਣ ਸਮੱਸਿਆ ਕਿੱਥੇ ਆ ਗਈ, ਜਿਹੜੀ ਆਪਾਂ ਗੱਲ ਕਹਿੰਦੇ ਵੀ ਇੱਕ ਜਗ੍ਹਾ ਤੋਂ ਲੈਣੀ ਹੈ ਨਾ, ਤੁਸੀਂ ਤਾਂ ਇੱਕ ਜਗ੍ਹਾ ਤੋਂ ਗੱਲ ਕਰਨੀ ਹੈ। ਮੇਰੇ ਮੁਤਾਬਕ ਜੇ ਯੂਨੀਫਾਰਮ ਬਣਾਉਣੀ ਆ, ਜੋ ਉਹਦਾ ਹੱਲ ਹੈ, ਜਿਵੇਂ ਤੁਸੀਂ ਕਿਹਾ ਨਾ ਵੀ ਪੀੜਤ ਸਾਰੇ ਨੇ, ਉਹਦਾ ਹੱਲ ਇਹ ਆ ਕਿ ਤੁਹਾਨੂੰ ਇੱਕ ਜਗ੍ਹਾ ਤੋਂ ਨਹੀਂ, ਇੱਕੋ ਥਾਂ 'ਚੋਂ ਬਣਨੀ ਹੈ ਯੂਨੀਫਾਰਮ, ਇੱਕੋ ਮਿਲ ਦੇ ਕੱਪੜੇ 'ਚੋਂ ਬਣਨੀ ਚਾਹੀਦੀ ਹੈ, ਤਾਂ ਯੂਨੀਫਾਰਮਟੀ ਆਏਗੀ। ਨਹੀਂ ਤਾਂ ਬਲੂ ਕਲਰ ਦੀ ਯੂਨੀਫਾਰਮ ਲਾ ਲਓ, ਮੇਰੇ ਬਲੂ ਪਾਇਆ ਹੋਰ ਤਰ੍ਹਾਂ ਦਾ, ਤੁਹਾਡੇ ਹੋਰ ਤਰ੍ਹਾਂ ਦਾ, ਉਹਨਾਂ ਦੇ ਹੋਰ ਤਰ੍ਹਾਂ ਦਾ, ਉਹਨਾਂ ਦੇ ਹੋਰ ਤਰ੍ਹਾਂ ਦਾ, ਕਿਉਂ ਫਿਰ ਸਟੱਫ ਦਾ ਫਰਕ ਪੈ ਗਿਆ ਜੀ। ਉਹ ਤਾਂ ਗੱਲ ਫਿਰ ਉਹਦੇ ਯੂਨੀਫਾਰਮਟੀ ਦਾ ਰਹੀ ਨਾ, ਪਰਪਸ ਹੀ ਡਿਫੀਟ ਹੋ ਗਿਆ। ਹੁਣ ਮੁੱਦਾ ਕੀ ਹੈ, ਲੁੱਟ ਬੰਦ ਹੋਣੀ ਚਾਹੀਦੀ ਹੈ। ਮੈਂ ਉਹਨਾਂ ਦੇ ਨਾਲ ਖੜਾ, ਪੇਰੈਂਟਸ ਦੇ ਨਾਲ ਖੜਾ, ਮੇਰੇ ਬੱਚੇ ਵੀ ਤਾਂ ਇਸੇ ਸਕੂਲ 'ਚ ਪੜ੍ਹਦੇ ਆ ਨਾ ਜੀ, ਮੇਰੇ ਇਸੇ ਸਕੂਲ 'ਚੋਂ ਪੜ੍ਹ ਕੇ ਗਏ ਬੱਚੇ ਜੀ, ਰਾਈਟ ਫਰੋਮ ਦਾ ਬਿਗਨਿੰਗ ਟੂ ਟੈਲੈਂਟ। ਹੁਣ ਉੱਥੇ ਕੀ ਹੈ ਜੀ, ਮੁੱਦਾ ਹੈ ਲੁੱਟ ਦਾ, ਲੁੱਟ ਬੰਦ ਕਰਨੀ ਹੈ, ਸੇਲ ਨਹੀਂ ਬੰਦ ਕਰਨੀ। ਆਪਾਂ ਕੀ ਕਰਤਾ, ਸੇਲ ਬੰਦ ਕਰਾਤੀ, ਇੱਕ ਦੁਕਾਨ ਤੋਂ ਨਹੀਂ 4 ਦੁਕਾਨਾਂ ਤੇ ਕਰ ਦਿਓ। ਉਹ ਮੁੱਦਾ ਤਾਂ ਹੱਲ ਨਹੀਂ ਹੋਇਆ। ਜਿਹੜੀ ਯੂਨੀਫਾਰਮ ਪਹਿਲਾਂ ਉਸੇ ਭਾਅ ਦੀ ਇੱਕ ਤੋਂ ਮਿਲਦੀ ਪਈ ਸੀ, ਉਹ 4 ਤੋਂ ਮਿਲਣ ਲੱਗੀ, ਉਹਨੂੰ ਫਰਕ ਕੀ ਹੋਇਆ। ਚਾਹੀਦਾ ਕੀ ਹੈ, ਸਰਕਾਰ ਗ੍ਰੇਡੇਸ਼ਨ ਕਰੇ ਸਕੂਲਾਂ ਦੀ, A ਕੈਟਾਗਰੀ, B ਕੈਟਾਗਰੀ, C ਕੈਟਾਗਰੀ, D ਕੈਟਾਗਰੀ, ਉਹਨਾਂ ਦੇ ਰੇਟ ਬੰਦ ਹੋਵੇ ਐਟ ਦ ਬਿਗਨਿੰਗ ਆਫ ਦ ਈਅਰ, ਵੀ ਇਦੋਂ ਮਹਿੰਗੀ ਯੂਨੀਫਾਰਮ ਨਹੀਂ ਹੋ ਸਕਦੀ। ਜੇ ਉਦੋਂ ਮਹਿੰਗੀ ਯੂਨੀਫਾਰਮ ਵੇਚਣੀ ਹੈ, ਸਕੂਲ ਹੈਜ਼ ਟੂ ਕੰਪਨਸੇਟ ਇਟ ਫਰੋਮ ਦੇਅਰ ਓਨ ਪਾਕਟ। ਮੇਰੇ ਨਾਲ ਇੱਕ ਵਾਰੀ ਗੱਲ ਹੋਈ ਜੀ, ਕਹਿੰਦੇ ਸਕੂਲ ਹਰ ਸਾਲ ਯੂਨੀਫਾਰਮ ਚੇਂਜ ਕਰ ਦਿੰਦੇ ਆ, ਠੀਕ ਹੈ ਜੀ। ਮੈਂ ਕਿਹਾ ਜੀ ਰੂਲ ਪਾਸ ਕਰ ਦੇਵੇ ਸਰਕਾਰ, ਵੀ ਜੇ ਰੂਲ ਚੇਂਜ ਕਰਨੀ ਹੈ ਤਾਂ ਸਕੂਲ ਦੀ ਜ਼ਿੰਮੇਵਾਰੀ ਆ ਪੁਰਾਣੀ ਯੂਨੀਫਾਰਮ ਲੈ ਕੇ ਨਵੀਂ ਲੈ ਕੇ ਦੇਵੇ, $1 ਨਹੀਂ ਚਾਰਜ ਕਰਨ ਦੇਣਾ, ਬਣਾ ਦੇਵੇ ਰੂਲ ਸਰਕਾਰ ਜੀ, ਫਿਰ ਦੇਖਾਂਗੇ ਕੌਣ ਬੰਦਾ ਯੂਨੀਫਾਰਮ ਚੇਂਜ ਕਰਦਾ। ਰੂਲ ਹੈ, ਇੱਕ ਰੂਲ ਬਣਾਉਣਾ ਸਰਕਾਰ, ਗਵਰਨਿੰਗ ਬੰਦੇ ਦਾ ਕੰਮ ਕੀ ਹੈ, ਰੂਲ ਇਸ ਤਰੀਕੇ ਨਾਲ ਫਰੇਮ ਕਰਨਾ ਕਿ ਭਾਈ ਕੋਈ ਬੰਦਾ ਉਹਦੇ ਵਿੱਚ ਸਫਰਰ ਨਾ ਹੋਵੇ, ਕੋਈ ਬੰਦਾ ਲੁੱਟਿਆ ਨਾ ਜਾਵੇ। ਕੱਪੜੇ ਦੇ ਤਾਂ ਸਟੱਫ ਦੀ ਗੱਲ ਆ ਗਈ, ਕਿਤਾਬਾਂ ਦੇ ਵਿੱਚ ਤਾਂ ਕੋਈ ਸਟੱਫ ਨਹੀਂ ਹੁੰਦਾ, ਉੱਥੇ ਵੀ ਕਈ ਵਾਰ ਇਹੋ ਜਿਹੀਆਂ ਗੱਲਾਂ। ਮੈਂ ਉਹ ਵੀ ਤੁਹਾਨੂੰ ਦੱਸਦਾ ਜੀ, ਕਿਤਾਬਾਂ ਵਿੱਚ ਸਟੱਫ ਕਿਉਂ ਨਹੀਂ ਹੁੰਦਾ। ਇੱਕ ਸਿਵਲ ਰਿਟ ਪਟੀਸ਼ਨ ਨੰਬਰ 20545 ਹੈ ਜੀ, ਇਹ ਬੜੀ ਇੱਕ ਮਾਈਲਸਟੋਨ ਹੈ ਉਹ ਸਿੱਖਿਆ ਦੇ ਖੇਤਰ ਦੇ ਵਿੱਚ, ਜਿਹੜੀ ਉਹ ਦੀ ਸਾਈਟੇਸ਼ਨ ਹੈ, ਉਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਦੇ ਚੈਲੰਜਸ ਨੂੰ ਦਰਸਾਇਆ ਗਿਆ, ਔਰ ਬੜਾ ਇੱਕ ਸਪੀਕੀ ਆਰਡਰ ਦਿੱਤਾ ਹੈ, ਆਨਰੇਬਲ ਸੁਪਰੀਮ ਕੋਰਟ ਤੱਕ ਉਹ ਫੈਸਲਾ ਗਿਆ, ਹਾਈ ਕੋਰਟ ਵਿੱਚ ਵੀ ਆਇਆ ਫੈਸਲਾ ਉਹਦਾ। ਔਰ ਉਹ ਜਿਹੜਾ ਫੈਸਲਾ ਹੈ ਜੀ, ਉਹਦੇ ਵਿੱਚ ਉਹਨਾਂ ਨੇ ਇਕੱਲੀ ਚੀਜ਼ ਦੱਸੀ ਹੈ ਵੀ ਕੀ ਚੀਜ਼ ਹੋਣੀ ਚਾਹੀਦੀ ਹੈ। ਉਹਨਾਂ ਨੇ ਸਪੈਸ਼ਲ ਕਿਹਾ, CBSE ਨੂੰ ਪਾਰਟੀ ਬਣਾ ਕੇ ਪੁੱਛਿਆ ਕਿ ਤੁਸੀਂ ਦੱਸੋ ਤੁਹਾਡੀਆਂ NCERT ਬੁੱਕਸ ਜਿਹੜੀਆਂ ਮੈਂਡੇਟਰੀ ਹੈ, CBSE ਨੇ ਪਾਰਟੀ ਬਣਨ ਤੋਂ ਇਨਕਾਰ ਕਰਤਾ, ਅਸੀਂ ਨਹੀਂ ਵਿੱਚ ਆਉਣਾ ਜੀ। ਫਿਰ ਉਹਨਾਂ ਨੂੰ RTI ਦੇ ਵਿੱਚ ਐਪਲੀਕੇਸ਼ਨ ਲਾ ਕੇ ਵਿਦ ਦੀ ਆਨਰੇਬਲ ਕੋਰਟ ਦੀ ਡਾਇਰੈਕਸ਼ਨ ਤੇ ਪੁੱਛਿਆ ਗਿਆ ਵੀ ਸਾਨੂੰ ਇਨਫੋਰਮੇਸ਼ਨ ਦਿਓ, ਇਟ ਇਜ਼ ਮੈਂਡੇਟਰੀ ਔਰ ਐਡਵਾਈਜ਼ਰੀ। ਉਹ ਕਹਿੰਦੇ ਜੀ ਤਾਂ ਐਡਵਾਈਜ਼ਰੀ ਹੈ, ਮੈਂਡੇਟਰੀ ਤਾਂ ਹੋ ਹੀ ਨਹੀਂ ਸਕਦੀਆਂ। ਹੱਲ ਹੋਇਆ ਕੀ ਹੈ ਜੀ, ਅਸੀਂ ਇੱਕ ਚੀਜ਼ ਫਰੇਮ ਕਰਤਾ ਜੀ, ਲਓ ਜੀ ਅਸੀਂ ਆਹ ਚੀਜ਼ ਬਣਾਤੀ ਸਰਕਾਰ ਦੀ, ਤੇ ਇਹੀ ਸਭ ਤੋਂ ਵਧੀਆ ਹੈ। ਤੁਸੀਂ ਇਹ ਮੰਨਦੇ ਹੋ ਕਿ ਸਰਕਾਰ ਚੀਜ਼ ਉਹ ਬਣਾ ਸਕਦੀ ਹੈ ਵੀ ਜਿਹੜੀ ਪ੍ਰਾਈਵੇਟ ਐਂਟਰਪ੍ਰੀਨਰ ਨਾਲ ਬਣਾ, ਅਸੀਂ ਅੱਜ ਵੀ ਕਹਿੰਦੇ ਪ੍ਰਾਈਵੇਟ ਐਂਟਰਪ੍ਰੀਨਰ ਜ਼ਿਆਦਾ ਵਧੀਆ ਚੀਜ਼ ਬਣਾਉਂਦਾ। ਦੂਸਰੀ ਗੱਲ, ਜਿਹੜੇ ਉਹ ਕਿਤਾਬਾਂ ਲਿਖੀਆਂ ਨੇ ਜਿਨ੍ਹਾਂ ਨੇ ਜਾਂ ਬਣਾਈਆਂ ਨੇ ਜਾਂ ਰਾਈਟਰਸ ਨੇ, ਉਹ ਕਿਹੜਾ ਵਿਰੋਧੀ ਮੁਲਕ ਤੋਂ ਆਏ ਹੋਏ ਨੇ, ਸਾਡੇ ਮੁਲਕ ਦੇ ਬੰਦੇ ਨੇ, ਉਹ ਵੀ ਰਾਈਟਰ ਨੇ। ਤੁਸੀਂ ਕਿਉਂ ਉੱਥੇ ਇੱਕ ਕੰਮ ਨਹੀਂ ਕਰਦੇ, ਤੁਸੀਂ NCERT ਬੁੱਕਸ ਦੇ ਨਾਲ ਆਹ 200 ਪਬਲਿਸ਼ਰ ਨੂੰ ਨਾਲ ਸਰਟੀਫਾਈ ਕਰ ਦਿਓ, ਇੰਨੇ ਦੀ ਬੁੱਕਸ ਹੋਣਗੀਆਂ, ਨਾਲ ਪ੍ਰਾਈਸ ਨੂੰ ਕੈਪ ਕਰ ਦਿਓ, ਮੁੱਦਾ ਖਤਮ ਹੋ ਗਿਆ। ਗੱਲ ਤਾਂ ਇਹੀ ਹੈ ਨਾ, ਤੁਸੀਂ ਕਹਿੰਦੇ ਵੀ 100 ਰੁਪਏ ਦੀ ਕਿਤਾਬ 300 ਦੀ ਵਿਕ ਰਹੀ ਆ, ਸਰਕਾਰ ਕਹਿੰਦੀ 105 ਤੋਂ ਬਾਅਦ ਵਿਕ ਹੀ ਨਹੀਂ ਸਕਦੀ, ਲੈ ਲਓ ਜਿੱਥੋਂ ਮਰਜ਼ੀ। ਸੋ ਦਿਸ ਇਜ਼ ਦਾ ਥਿੰਗ, ਹੱਲ ਹਰ ਇੱਕ ਚੀਜ਼ ਦਾ ਹੈਗਾ। ਜਦੋਂ ਤੁਸੀਂ ਕਿਸੇ ਨੂੰ ਬੋਲਣਾ, ਬੋਲੀ ਜੋ ਮਰਜ਼ੀ ਜਾਓ ਜੀ, ਸਮੱਸਿਆ ਗਿਣਾਉਣੀਆਂ 20 ਗਿਣਾ ਦਿਓ, ਹੱਲ ਵੀ ਨਾਲ ਦੱਸੋ। ਮੈਂ ਤੁਹਾਨੂੰ ਹੱਲ ਨਾਲ ਦੱਸਣਾ, ਇਹਦਾ ਹੱਲ ਕੀ ਹੈ। ਯੂਨੀਫਾਰਮ ਦਾ ਤੁਹਾਨੂੰ ਮੈਂ ਦੱਸਦਾ ਹੱਲ ਕੀ ਹੈ। ਸਮੱਸਿਆ ਟਾਣਾ ਸਾਹਿਬ ਨਿੱਕੀ ਜੀ ਗੱਲ ਹੈ, ਤੁਸੀਂ ਵੀ ਰਹਿੰਦੇ ਹੋ ਸਮਾਜ ਵਿੱਚ, ਮੈਂ ਵੀ ਰਹਿੰਦਾ। ਜਿੱਥੇ ਤੁਸੀਂ ਰਹਿੰਦੇ ਹੋ, ਤੁਸੀਂ ਦੇਖਿਆ ਹੋਏਗਾ ਜਦੋਂ ਅੱਜ ਤੋਂ 20-25 ਸਾਲ ਪਹਿਲਾਂ ਤੁਹਾਡੇ ਘਰ ਦੇ ਮੂਹਰੇ ਪਾਣੀ ਖੜਦਾ ਸੀ ਨਾ, ਤੇ ਉਹ ਕਹਿੰਦੇ ਸੀ ਵੀ 2 ਫੁੱਟ ਭਰਤੀ ਪਾ ਦਿਓ, 1.5 ਫੁੱਟ ਟਾਣਾ ਜੀ ਦੇ ਘਰ ਦੇ ਮੂਹਰੇ ਪਾਣੀ, ਫਿਰ ਪਾਣੀ ਫਿਰ ਉੱਥੇ ਖੜਾ। ਉਹ ਕਹਿੰਦੇ ਜੀ ਹੁਣ ਕਿੰਨਾ ਖੜਦਾ 2 ਫੁੱਟ, ਉਹ ਕਹਿੰਦੇ 3 ਫੁੱਟ ਭਰਤੀ ਪਾ ਦਿਓ। ਉਹ ਭਰਤੀ ਪੈਂਦਾ 10 ਫੁੱਟ ਨੀਵਾਂ ਕਰਦਾ ਤੁਹਾਡਾ ਮਕਾਨ ਜਾਂ ਤੁਹਾਡਾ ਦੁਕਾਨ, ਪਰਨਾਲਾ ਥਿਓਂ ਦਾ ਥਿਓਂ ਹੈ, ਪਾਣੀ ਉੱਥੇ ਹੀ ਖੜਾ ਹੈ, ਕਿਉਂਕਿ ਸਮੱਸਿਆ ਤਾਂ ਲੈਵਲ ਦੀ ਹੈ ਹੀ ਨਹੀਂ ਸੀ, ਸਮੱਸਿਆ ਤਾਂ ਡਰੇਨੇਜ ਦੀ ਸੀ, ਤੁਸੀਂ ਲੈਵਲ ਅਪ ਕਰੀ ਗਏ। ਸੋ ਇੱਥੇ ਵੀ ਗੱਲ ਹੈ, ਸਮੱਸਿਆ ਹੈ ਓਵਰ ਪ੍ਰਾਈਸਿੰਗ ਦੀ। ਤੁਸੀਂ ਪ੍ਰਾਈਸਿੰਗ ਨੂੰ ਕੈਪ ਕਰਨਾ, ਨਾ ਕਿ ਤੁਸੀਂ ਥਾਪੀਆਂ ਮਾਰਨਾ ਕਹਿਣਾ ਦੇਖਿਆ ਜੀ ਆਹ ਬੰਦ ਕਰਾਤਾ ਉਹ ਬੰਦ ਕਰਾਤਾ। ਉਹ ਤੁਸੀਂ ਕੀ ਲੈਣਾ ਬੰਦ ਕਰਾ ਕੇ ਯਾਰ। ਇੱਕ ਤੁਸੀਂ
ਇੱਕ ਪੇਰੈਂਟ ਹੋ, ਤੁਸੀਂ ਇੱਕ ਬੱਚੇ ਦੇ ਲਈ ਕਿੰਨਾ ਟਾਈਮ ਕੱਢਦੇ ਹੋ, ਫਿਰ ਤੁਸੀਂ ਉਹਨੂੰ ਐਡਮਿਸ਼ਨ ਕਰਾਉਣ ਜਾਣੀ ਹੈ, ਉਹਦੇ ਵਾਸਤੇ ਸਮਾਨ ਲੈ ਕੇ ਆਉਣਾ, ਤੁਹਾਡੀ ਇਹ ਮਨਸ਼ਾ ਹੋਏਗੀ ਮੈਂ ਇੱਕ ਜਗ੍ਹਾ 'ਤੇ ਜਾਵਾਂ ਉੱਥੇ ਮੈਨੂੰ ਸਾਰਾ ਸਮਾਨ ਮਿਲ ਜੇ। ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਵੀ ਇੱਕ ਛੱਤ ਦੇ ਥੱਲੇ ਸਾਰਾ ਸਮਾਨ ਮਿਲ ਜੇ, ਦੂਜੇ ਪਾਸੇ ਕਹਿੰਦੇ ਨਹੀਂ ਜੀ ਟਾਈ ਉੱਥੋਂ ਲਓ ਜੀ, ਬੈਲਟ ਉੱਥੋਂ ਲਓ ਜੀ, ਪੈਂਟ ਉੱਥੋਂ ਲਓ ਜੀ, ਯੂਨੀਫਾਰਮ ਉੱਥੋਂ ਲਓ, ਫਲਾਣਾ ਉੱਥੋਂ ਲਓ ਜੀ, ਟਿਮਕਾ ਉੱਥੋਂ ਲਓ ਜੀ। ਤੁਸੀਂ ਜਿਹੜੀ ਮੇਨ ਮੁੱਦਾ ਹੈਗਾ ਉਹਨਾਂ ਦੀ ਲੁੱਟ ਬੰਦ ਕਰਾਉਣੀ ਆ, ਉਹ ਬੰਦ ਕਰਾ ਦਿਓ। ਮੈਂ ਤੁਹਾਨੂੰ ਸਿੱਧਾ ਫਾਰਮੂਲਾ ਦੱਸੀ ਜਾਣਾ, ਉਹ ਤੁਸੀਂ ਕਰਨਾ ਨਹੀਂ ਤਾਂ ਤੁਸੀਂ ਉਲਟੇ ਸਿੱਧੇ ਉਹਦੇ ਸਰਕੂਲਰ ਕੱਢੀ ਜਾਣੇ। ਸੋ ਦਿਸ ਇਜ਼ ਦਾ ਥਿੰਗ। ਇਹਦੇ ਵਿੱਚ ਇੱਕ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੇ ਸਾਡੇ ਸੋਸ਼ਲ ਪਾਰਟਨਰਸ ਨੇ, ਸਕੂਲ ਜਿਹੜੇ ਨੇ, ਇਹ ਕੋਈ ਦੁਸ਼ਮਣ ਨਹੀਂ ਹੈਗੇ ਸਾਡੇ। ਜਿਹੜੀ ਕੋਈ ਚੀਜ਼ ਗਲਤੀ ਕਰਦਾ ਪਿਆ, ਅਸੀਂ ਫੈਡਰੇਸ਼ਨ ਆ, ਮੈਂ ਪ੍ਰਧਾਨ ਨਾਲ ਬਹੁਤ ਵਾਰੀ ਗੱਲਾਂ ਕਰਦਾ ਹਾਂ, ਮੈਂ ਕਿਹਾ ਪ੍ਰਧਾਨ ਜੀ ਕੋਈ ਬੰਦੇ ਦੀ ਕੰਪਲੇਂਟ ਆਉਂਦੀ ਹੈ ਸੀਰੀਅਸਲੀ ਲਓ, ਚਾਹੇ ਪੇਰੈਂਟ ਦੀ ਆਉਂਦੀ ਹੈ, ਜਿਹੜਾ ਸਕੂਲੋਂ ਦਾ ਟੰਗ ਦਿਓ ਫੜ ਕੇ ਉਹਨੂੰ ਕਹੋ ਭਾਈ ਇਹ ਗਲਤ ਕੰਮ ਕਰਦਾ ਤੂੰ। ਸੋ ਕਹਿਣ ਦਾ ਭਾਵ ਕੀ, ਅਸੀਂ ਇਸੇ ਸਮਾਜ ਦੇ ਵਿੱਚ ਰਹਿੰਦੇ ਹਾਂ, ਇਸੋ ਸਮਾਜ ਚੋਂ ਨਿਕਲ ਕੇ ਹੀ ਸਕੂਲ ਸੈਟਅਪ ਕੀਤੇ ਆ ਸਾਡੇ ਵਰਗੇ, ਇਸੇ ਸਮਾਜ ਦੇ ਵਿੱਚੋਂ ਪੇਰੈਂਟਸ ਆਉਂਦੇ ਨੇ, ਇਸੇ ਸਮਾਜ ਚੋਂ ਬੱਚੇ ਆਉਂਦੇ ਨੇ। ਭਗਵੰਤ ਮਾਨ ਦੇ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਨਾਲ ਸਹਿਮਤ ਹੋ? ਉਹਦੇ ਵਿੱਚ ਕੋਈ ਸੋਧ ਕਰਨ ਦੀ ਲੋੜ ਸੀ ਜਾਂ ਉਹ ਇੱਕ ਪਾਸੜ ਗੱਲ ਹੋਈ ਆ ਜਾਂ ਠੀਕ ਮੰਨਦੇ ਹੋ? ਦੇਖੋ, ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਫੀਸ ਨਹੀਂ ਵਧਾਉਣੀ, ਉਹ ਬਿਲਕੁਲ ਇੱਕ ਪਾਸੜ ਗੱਲ ਹੈ। ਉਹ ਸਕੂਲ, ਮੈਂ ਇਹ ਗੱਲ ਕਹਿਣਾ, ਜੇ ਤੁਸੀਂ ਕੋਈ ਗੱਲ ਕਰਨੀ ਹੈ, ਸਪੋਜ਼ ਕਰੋ ਜਿਹੜਾ ਉਹਦਾ ਤੁਹਾਡਾ ਸੋਸ਼ਲ ਪਾਰਟਨਰ ਵਿੱਚ ਬੈਠਾ, ਤੁਸੀਂ ਕਿਉਂ ਨਹੀਂ ਉਹਨੂੰ ਕੰਸਲਟ ਕਰਦੇ? ਹੁਣ ਤਾਂ ਇਹ ਗੱਲ ਹੈ ਨਹੀਂ ਵੀ ਇਹਨਾਂ ਨੂੰ ਕਿਵੇਂ ਬੁਲਾਈਏ, ਹੁਣ ਤਾਂ ਬੋਡੀ ਬਣੀ ਹੋਈ ਆ, ਤੁਸੀਂ ਪ੍ਰਧਾਨ ਨੂੰ ਬੁਲਾ ਲਓ ਇੱਕ ਨੂੰ, ਉਹਨੂੰ ਕਹੋ ਭਾਈ ਦੱਸ ਇਸ ਜਿਹੜੇ ਪ੍ਰਾਈਵੇਟ ਸਕੂਲ ਆ ਇਹਦੇ ਵਿੱਚ ਆਹ ਚੀਜ਼ਾਂ ਹੁਣ ਤਾਈਆਂ ਨੇ, ਅਸੀਂ ਇਹਨੂੰ ਦੂਰ ਕਰਨਾ। ਠੀਕ ਹੈ ਜੀ। ਹੁਣ ਤੁਸੀਂ ਇੱਕ ਬੀਇੰਗ ਐਨ ਹੈੱਡ ਆਫ ਦਾ ਸਟੇਟ ਤੁਸੀਂ ਕਹਿ ਦੇਣਾ ਜੀ ਇਹ ਨਹੀਂ ਵਧਾਓਗੇ। ਭਾਈ ਤੁਸੀਂ ਦੇਖੋ ਇੱਦਾਂ ਦੀਆਂ ਪਾਲਿਸੀਆਂ ਦੇ ਨਾਲ ਆ ਸਾਡੇ ਨੇਬਰਿੰਗ ਕੰਟਰੀ ਸ਼੍ਰੀਲੰਕਾ ਦਾ ਕੀ ਹਾਲ ਹੋ ਗਿਆ, ਗਵਰਨਿੰਗ 'ਚ ਹੀ ਨੁਕਸਾਨ ਹੋਇਆ ਨਾ ਜੀ, ਅੱਜ ਦੇਸ਼ ਦਾ ਕੀ ਹਾਲ ਹੋ ਗਿਆ। ਕਹਿਣ ਦਾ ਭਾਵ ਕੀ ਆ, ਜਦੋਂ ਤੁਸੀਂ ਉਲਟੇ ਸਿੱਧੇ ਕੋਈ ਆਦੇਸ਼ ਦਿੰਦੇ ਹੋ, ਤੁਸੀਂ ਤੁਹਾਨੂੰ ਗੌਰ ਕਰਨਾ ਚਾਹੀਦਾ ਵੀ ਇਹਦਾ ਇਫੈਕਟ ਕੀ ਹੋਏਗਾ, ਇਹਦਾ ਇਫੈਕਟ ਕੋਈ ਜ਼ਿਆਦਾ ਡੈਮੇਜਿੰਗ ਤਾਂ ਨਹੀਂ ਹੋ ਜਾਏਗਾ। ਹੁਣ ਦੇਖੋ ਹਿੰਦੁਸਤਾਨ ਦੇ ਵਿੱਚ ਪੰਜਾਬ ਸਟੇਟ ਸੂਬਾ ਨੰਬਰ 1 ਸੀ, ਔਰ ਅਸੀਂ ਬੜੀ ਛਾਤੀ ਠੋਕ ਕੇ ਕਹਿੰਦੇ ਸੀ ਸਾਡਾ ਇੱਕ ਬ੍ਰਿਜ ਹੈ ਕੈਨੇਡਾ ਦੇ ਨਾਲ ਜੀ, ਅੱਜ ਉੱਥੇ ਚੌਥੀ ਜਨਰੇਸ਼ਨ ਸਾਡੀ ਪੰਜਾਬੀਆਂ ਦੀ ਆ ਗਈ ਹੈ, ਪਰ ਉਹਦਾ ਸਾਨੂੰ ਕੀ ਲਾਸ ਹੋਇਆ, ਸਾਡੀ ਸਾਰਾ ਦਾ ਸਾਰਾ ਯੂਥ ਹੀ ਡਰੇਨ ਹੋਣ ਲੱਗ ਗਿਆ ਉਹਦੇ ਨੂੰ ਜੀ। ਗਲਤੀ ਕਿੱਥੇ ਹੋ ਗਈ? ਗਲਤੀ ਹੋ ਗਈ ਕਿ ਜਿਹੜੇ ਮੌਕੇ ਇੱਥੇ ਬਣਾਉਣੇ ਚਾਹੀਦੇ ਸੀ ਉਹ ਨਹੀਂ ਬਣੇ। ਕਿੱਥੇ ਤਾਂ ਅਸੀਂ ਕਹਿੰਦੇ ਸੀ ਉਹ ਬੰਦੇ ਉੱਥੇ ਪੈਸੇ ਕਮਾ ਕੇ ਇੱਥੇ ਇਨਵੈਸਟ ਕਰਨਗੇ, ਤੇ ਕਿੱਥੇ ਜਿਹੜੇ ਇੱਥੇ ਇਨਵੈਸਟ ਹੋਏ ਉਹ ਵੇਚ ਕੇ ਉੱਥੇ ਜਾਈ ਜਾਂਦੇ ਆ। ਸੋ ਇਹ ਜਿਹੜੀ ਚੀਜ਼ ਹੈ, ਇਹ ਮੈਂ ਫਿਰ ਉੱਥੇ ਆਉਣਾ, ਸਿਧਾਂਤਕ ਗਲਤੀ ਹੈ। ਜਿੱਥੇ ਸਿਧਾਂਤ ਡਿਫੀਟ ਹੋ ਜਾਏਗਾ ਉੱਥੇ ਉਸ ਸਿਸਟਮ ਨੂੰ ਕੋਲੈਪਸ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਤੁਹਾਨੂੰ ਸਿਧਾਂਤ ਉੱਤੇ ਹਮੇਸ਼ਾ ਖੜੇ ਰਹਿਣਾ ਚਾਹੀਦਾ, ਚਾਹੇ ਤੁਸੀਂ ਔਖੇ ਹੋਵੋ ਚਾਹੇ ਸੌਖੇ ਹੋਵੋ। ਕੋਈ ਇੱਦਾਂ ਦੇ ਸ਼ਗੂਫੇ ਛੱਡ ਕੇ ਜਾਂ ਇੱਦਾਂ ਦੇ ਪਲੀਡਿੰਗ ਜਿਹੜੀਆਂ ਹੁੰਦੀਆਂ ਨੇ, ਇਹ ਸਾਡੇ ਨੇਬਰਿੰਗ ਕੰਟਰੀ ਨੇ ਬਿਆਨ ਦਿੱਤਾ ਸੀਗਾ ਜਿਹੜਾ ਹਮੇਸ਼ਾ ਸਾਡੇ ਨਾਲ ਖਹਿੰਦਾ ਰਹਿੰਦਾ, ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ। ਉਹਨਾਂ ਨੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਤਾਰੀਫ ਕੀਤੀ ਸੀ, ਕਹਿੰਦੇ ਵੀ ਉਹ ਇੱਦਾਂ ਦੇ ਰਿਫਾਰਮਸ ਲੈ ਕੇ ਆ ਰਹੇ ਆ, ਚਾਹੇ ਲੋਕ ਜਿੰਨੇ ਮਰਜ਼ੀ ਐਜੀਟੇਟ ਹੋ ਜਾਣ, ਪਰ ਉਹ ਇੱਕ ਸਟਰੋਂਗ ਲੀਡਰ ਹੈ। ਉਹ ਕਹਿੰਦੇ ਜਨਤਾ ਨੂੰ ਜੇ ਖੁਸ਼ ਕਰਨ ਵਾਸਤੇ ਸਾਰਾ ਕੁਝ ਹੁੰਦਾ ਤਾਂ ਜਨਤਾ ਤਾਂ ਰੋਜ਼ ਕਹੇਗੀ ਵੀ ਸਾਨੂੰ ਤਾਂ ਹਰ ਚੁਰਾਹੇ 'ਤੇ ਆਰਕੈਸਟਰਾ ਵੱਜਦਾ ਮਿਲਣਾ ਚਾਹੀਦਾ ਸਾਨੂੰ ਸ਼ਾਮ ਨੂੰ ਜੀ। ਇਹ ਉਹਨਾਂ ਦੀ ਵਰਡਿੰਗ ਆ, ਮੈਂ ਤੁਹਾਨੂੰ ਵਰਡ ਟੂ ਵਰਡ ਸੁਣਾ ਰਿਹਾ। ਸੋ ਕਹਿਣ ਦਾ ਭਾਵ ਕੀ ਆ, ਲੀਡਰ ਦਾ ਕੰਮ ਇਕੱਲਾ ਜਨਤਾ ਨੂੰ ਪਲੀਡ ਕਰਨਾ ਨਹੀਂ ਹੁੰਦਾ, ਜਾਂ ਉਹਨੂੰ ਇੱਕ ਪਲੇਅਰ ਜ਼ੋਨ 'ਚ ਨਹੀਂ ਲੈ ਕੇ ਜਾਣਾ ਹੁੰਦਾ, ਉਹਨੂੰ ਨਾਲ ਇਹ ਵੀ ਦੇਖਣਾ ਹੁੰਦਾ ਵੀ ਗਾਂ ਗਰੋਥ ਕਿੱਥੇ ਰਹੇਗੀ। ਇਹ ਨਾ ਹੋਵੇ ਉਹਨਾਂ ਨੂੰ ਪਲੀਜ਼ ਕਰਦਿਆਂ ਤੇ ਅਸੀਂ ਆਪ ਹੀ ਖੜੋਤ ਚੱਲ ਜਾਈਏ, ਜਿਵੇਂ ਕਿ ਨੇਬਰਿੰਗ ਕੰਟਰੀ ਆਪਣੇ ਸ਼੍ਰੀਲੰਕਾ ਦੇ ਨਾਲ ਹੋਇਆ। ਸੋ ਇਹ ਮੈਂ ਗੱਲ ਕਹਿਣਾ ਕਿ ਉਹਨਾਂ ਨੂੰ ਜ਼ਰੂਰ ਇਹ ਦੇਖਣਾ ਚਾਹੀਦਾ ਕਿ ਅਸੀਂ ਕਿਸ ਕਰੋਨਾ ਕਾਲ ਤੋਂ ਨਿਕਲ ਕੇ ਆਏ ਹਾਂ। ਉਹ ਸੈਟਅਪ ਦੇ ਵਿੱਚੋਂ ਇਕੋਨਮੀ ਗ੍ਰੈਜੂਅਲੀ ਗਰੋ ਕਰ ਰਹੀ ਹੈ, ਉਹਦੇ ਵਿੱਚ ਜਿਹੜੇ ਸੋ ਕਾਲਡ ਚੈਰੀਟੇਬਲ ਆਰਗੇਨਾਈਜੇਸ਼ਨਸ ਨੇ, ਸਭ ਤੋਂ ਵੱਧ ਬੈਡ ਇਫੈਕਟ ਉਹਨਾਂ ਦੇ ਪਿਆ ਜੀ, ਜਿਹੜੇ ਚੈਰੀਟੇਬਲ ਆਰਗੇਨਾਈਜੇਸ਼ਨਸ ਨੇ। ਤੁਸੀਂ ਦੇਖੋ ਵੀ ਆਪਾਂ ਜਿਵੇਂ ਪੰਜਾਬੀ 'ਚ ਕਹਿੰਦੇ ਧੂੰਆਂ ਨਿਕਲ ਗਿਆ ਉਹਨਾਂ ਵਿਚਾਰਿਆਂ ਦਾ, ਕਿਉਂਕਿ ਚਾਹੇ ਉਹ ਮੈਡੀਕਲ ਆਰਗੇਨਾਈਜੇਸ਼ਨ ਸੀਗੀਆਂ, ਚਾਹੇ ਉਹ ਐਜੂਕੇਸ਼ਨ ਦੀ ਆਰਗੇਨਾਈਜੇਸ਼ਨ ਸੀਗੀਆਂ, ਚਲੋ ਉਹਨਾਂ ਨੇ ਰਨ ਤਾਂ ਕੀਤਾ ਨਾ ਜੀ। ਦੇਖੋ ਇੱਕਦਮ ਤੇ ਤੁਹਾਨੂੰ ਸਵਿਚ ਔਨ ਕਰਨਾ ਪਿਆ ਆਨਲਾਈਨ ਮੋਡ ਦੇ ਉੱਤੇ, ਹਾਂਜੀ, ਕਦੇ ਉਹ ਕਹਿੰਦੇ ਆਫਲਾਈਨ ਮੋਡ ਤੇ ਆ ਜਾਓ, ਤਾਂ ਫਰਕ ਤਾਂ ਪੈਂਦਾ ਨਾ ਜੀ, ਬੱਚਿਆਂ ਦੀ ਉਸ ਦੇ ਉੱਤੇ ਵੀ ਫਰਕ ਪੈਂਦਾ। ਸੋ ਮੈਂ ਇਹ ਚਾਹੁੰਦਾ ਕਿ ਬਹੁਤ ਸਾਰੀਆਂ ਐਕਸਪੈਕਟੇਸ਼ਨ ਨੇ ਆਨਰੇਬਲ ਚੀਫ ਮਿਨਿਸਟਰ ਤੋਂ ਸਾਨੂੰ, ਔਰ ਇਸ ਆਮ ਆਦਮੀ ਪਾਰਟੀ ਸਰਕਾਰ ਤੋਂ, ਔਰ ਸਾਨੂੰ ਆਸ ਹੈ ਕਿ ਅਗਲੇ ਜਿਹੜੇ ਵੀ ਕੋਈ ਰਣਨੀਤੀ ਉਹ ਬਣਾਉਣਗੇ, ਉਹ ਸਾਡੀ ਜਿਹੜੀ ਇੱਕ ਸਾਡੀ ਪਾਰਟੀਸਪੇਸ਼ਨ ਨੂੰ ਜ਼ਰੂਰ ਕੰਸੀਡਰ ਕਰਨਗੇ। ਕਿਉਂਕਿ ਜਿੱਥੇ 22,000 ਸਕੂਲ ਜਿਹੜਾ ਹੈਗਾ ਸਰਕਾਰੀ ਚੱਲ ਰਿਹਾ ਤੇ 9,000 ਜਿਹੜਾ ਸਕੂਲ ਪ੍ਰਾਈਵੇਟ ਚੱਲ ਰਿਹਾ, ਔਰ ਮੈਜੋਰਟੀ, ਮੈਂ ਇਹ ਤਾਂ ਨਹੀਂ ਕਹਿੰਦਾ ਮੈਜੋਰਟੀ, ਪਰ ਜਿੰਨੇ ਕੁ ਮੇਰੇ ਆਪ ਦੇ MLAs ਨੋਨ ਨੇ ਉਹ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ 'ਚ ਪੜ੍ਹੇ ਹੋਏ ਨੇ। ਕਿਉਂਕਿ ਜਿੰਨਿਆਂ ਨੂੰ ਮੈਂ ਮਿਲਿਆ ਹੈਗਾ ਜੀ, ਤੇ ਮੈਂ ਉਹ ਕਹਿੰਦਾ ਜੀ ਸਾਡੀ ਤਾਂ ਆਪਣੀ ਸਕੂਲ ਪ੍ਰਾਈਵੇਟ ਸਕੂਲ। ਸੋ ਕਹਿਣ ਦਾ ਭਾਵ ਉਹਨਾਂ ਨੂੰ ਪਤਾ ਹੈ ਕਿ ਸਕੂਲ ਜਿਹੜੇ ਹੈਗੇ ਨੇ ਉਹਨਾਂ ਦੇ ਪਿੱਛੇ ਕਿੰਨੀ ਮਿਹਨਤ ਮੁਸ਼ੱਕਤ ਲੱਗੀ ਹੁੰਦੀ ਹੈ। ਕਿਸੇ ਨੂੰ ਐਵੇਂ ਕਹਿ ਦੇਣਾ ਜੀ ਇਹ ਤਾਂ ਲੋਟੂ ਟੋਲਾ ਇਕੱਠਾ ਹੋਇਆ ਹੈ ਜਾਂ ਇਹ ਲੁਟੇਰਾ ਪਾਰਟੀ ਹੈ। ਮੇਰੇ ਮਨ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਸਵਾਲ ਇਹ ਆ ਰਿਹਾ ਵੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਘੱਟ ਤਨਖਾਹਾਂ ਹੋਣ ਦੇ ਬਾਵਜੂਦ ਸਰਕਾਰੀ ਦੇ ਮੁਕਾਬਲਤਨ ਨਿੱਜੀ ਸਕੂਲਾਂ ਦੇ ਵਿੱਚ ਵੱਧ ਵਿਦਿਆਰਥੀ ਆਉਂਦੇ ਤੇ ਮਾਪੇ ਇੱਥੇ ਪੜ੍ਹਾਉਣਾ ਚਾਹੁੰਦੇ ਆ। ਸਰਕਾਰੀ ਸਕੂਲਾਂ ਦੇ ਵਿੱਚ ਤਨਖਾਹਾਂ ਵੀ ਚੰਗੀਆਂ, ਖੇਤਰਫਲ ਵੀ ਵੱਡਾ, ਸਰਕਾਰ ਕਹਿੰਦੀ ਕੂਚੀ ਵੀ ਸੋਹਣੀ ਫਰਾ ਰਹੇ ਆ,
ਉੱਥੇ ਬੱਚਾ ਆਪਦੇ ਪੜਾਉਣ ਤੋਂ ਬੰਦਾ ਕਈ ਵਾਰੀ ਝਿਜਕਦਾ ਵੀ ਯਾਰ ਮੈਂ ਇੱਥੇ ਨਹੀਂ ਇੱਥੇ ਲਾਵਾਂ, ਉਹ ਕਾਰਨ ਕੀ ਹੋਊਗਾ, ਵਿਚਲਾ ਕਾਰਨ ਕੀ ਤੁਹਾਡੇ ਖਿਆਲ 'ਚ? ਦੇਖੋ, ਜਦੋਂ ਕੋਈ ਵੀ ਸਿਸਟਮ ਹੈ, ਚਾਹੇ ਐਜੂਕੇਸ਼ਨ ਦਾ ਸਿਸਟਮ ਹੈ ਜਾਂ ਕਿਸੇ ਇੰਡਸਟਰੀ ਦਾ ਸਿਸਟਮ ਹੈ, ਜਿਵੇਂ ਤੁਸੀਂ ਕਹਾਵਤ ਸੁਣੀ, ਉੱਚੀ ਦੁਕਾਨ ਫੀਕਾ ਪਕਵਾਨ, ਠੀਕ ਹੈ ਜੀ। ਜਦੋਂ ਇੱਕ ਚੀਜ਼ ਲੇਬਲ ਲੱਗ ਜਾਂਦਾ ਨਾ, ਉੱਚੀ ਦੁਕਾਨ ਫੀਕਾ, ਫਿਰ ਤੁਸੀਂ ਉਹ ਉੱਚੀ ਦੁਕਾਨ ਫੀਕਾ ਪਕਵਾਨ ਜੋ ਮਰਜ਼ੀ ਰੱਖ ਦਿਓ, ਉੱਥੇ ਕਿਸੇ ਨੇ ਲੈਣ ਨਹੀਂ ਆਉਣਾ। ਇੱਕ ਵਾਰੀ ਲੇਬਲ ਲੱਗ ਗਿਆ, ਜੇ ਉਹ ਲੇਬਲ ਨੂੰ ਮਿਟਾਉਣਾ ਉਹਦੇ ਵਾਸਤੇ ਫਿਰ ਇੱਕ ਹੋਰ ਜਨਰੇਸ਼ਨ ਨੂੰ ਪੂਰੀ ਮਿਹਨਤ ਕਰਨੀ ਪੈਗੀ, ਫਿਰ ਕਿਤੇ ਜਾ ਕੇ ਬੋਰਡ ਚੇਂਜ ਹੋਏਗਾ। ਇਵੇਂ ਹੀ ਜਦੋਂ ਇੱਕ ਪ੍ਰਾਈਵੇਟ ਐਂਟਰਪ੍ਰੇਨਿਓਰ ਹੈਗਾ, ਉਹਦੀ ਜਿਹੜੀ ਇੱਕ ਮੈਂ ਇਹ ਸ਼ਬਦ ਨਹੀਂ, ਪ੍ਰੋਡਕਟ ਤਾਂ ਨਹੀਂ ਮੈਂ ਕਹਾਂਗਾ, ਪਰ ਜਦੋਂ ਉਹਦੀ ਇੱਕ ਡਿਲੀਵਰੀ ਹੈ, ਜਿਹੜੇ ਬੱਚੇ ਨੇ ਸਮਾਜ ਜਦੋਂ ਘੁੰਮਦੇ ਨੇ, ਉਹ ਸਾਡੇ ਇੱਕ ਆਈ ਕਾਰਡ ਨੇ, ਸਾਡੇ ਇੱਕ ਟੋਕਨ ਨੇ। ਜਦੋਂ ਇੱਕ ਬੱਚਾ ਹੈ, ਸਪੋਜ਼ ਕਰ ਲਓ, ਮੈਨੂੰ ਕਹਿਣ ਦੀ ਲੋੜ ਨਹੀਂ ਮੇਰਾ ਸਕੂਲ ਬਹੁਤ ਵਧੀਆ, ਜਾਂ ਮੇਰਾ ਕੋਈ ਹੋਰ ਸਕੂਲ ਵਾਲਾ ਬੰਦਾ ਹੈਗਾ, ਉਹਨੂੰ ਕਹਿਣ ਦੀ ਲੋੜ ਨਹੀਂ ਹੈਗੀ ਕਿ ਉਹ ਬਹੁਤ ਵਧੀਆ ਸਕੂਲ ਆ। ਜਦੋਂ ਉਹਦਾ ਬੱਚਾ ਜਿਹੜਾ ਹੈਗਾ ਕਿਤੇ ਰਸਤੇ 'ਚ ਖੜਾ, ਸਪੋਜ਼ ਕਰੋ ਤੁਸੀਂ ਕਿਤੇ ਘੁੰਮਣ ਗਏ ਹੋ ਟਹਿਣਾ ਜੀ, ਤੇ ਤੁਸੀਂ ਇੱਕ ਬੱਚੇ ਨੂੰ ਕਿਹਾ, ਜਾਂ ਮੇਰੇ ਸਕੂਲ ਦਾ ਜਾਂ ਕਿਸੇ ਸਕੂਲ ਦਾ, ਤੁਸੀਂ ਕਹੀ ਆ ਫੜੀ ਮੇਰਾ ਮੋਬਾਈਲ, ਇੱਕ ਫੋਟੋ ਖਿੱਚੀ ਕਾਕਾ, ਤੇ ਉਹ ਖਿੱਚਣ ਲੱਗਾ, ਉਹ ਕਹਿੰਦਾ ਸਰ ਇੱਧਰੋਂ ਫੋਟੋ ਨਹੀਂ ਸੋਹਣੀ ਆਉਣੀ, ਉਹ ਲਾਈਟ ਦੂਜੇ ਪਾਸਿਓਂ ਆ ਰਹੀ ਹੈ, ਤੁਸੀਂ ਕਾਈਂਡਲੀ ਇੱਧਰ ਆ ਜਾਓ। ਤੇ ਫੋਟੋ ਉਹਨੇ ਖਿੱਚੀ, ਤੇ ਤੁਸੀਂ ਕਹੋ ਕਾਕਾ ਕਿਹੜੇ ਸਕੂਲ ਪੜ੍ਹਦਾ ਤੂੰ ਯਾਰ? ਵੀ ਹੁਣ ਤੁਸੀਂ ਉਹਦੇ ਨਾਲੋਂ ਗਰੋਨ ਅਪ ਸੀਗੇ ਜ਼ਿਆਦਾ, ਤੁਹਾਡੇ ਦਿਮਾਗ 'ਚੋਂ ਗੱਲ ਨਹੀਂ ਆਈ ਵੀ ਇਸ ਐਂਗਲ ਤੋਂ ਫੋਟੋ ਸਹੀ ਨਹੀਂ ਆਉਣੀ, ਉਹਦੇ ਦਿਮਾਗ 'ਚ ਆ ਗਈ, ਫਰਕ ਪਏਗਾ। ਜੇ ਉਹਦੀ ਸ਼ਬਦਾਵਲੀ ਉਹ ਯੂਜ਼ ਕਰੇਗਾ ਬੋਲਣ ਵਾਸਤੇ, ਉਹਨੇ ਤੁਹਾਨੂੰ ਸਰ ਕਿਹਾ, ਤੁਸੀਂ ਕਹਿੰਗੇ ਯਾਰ ਬੜਾ ਐਟੀਕੇਟਸ ਵਾਲਾ ਬੱਚਾ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਚੀਜ਼ਾਂ ਜਦੋਂ ਸਮਾਜ ਵਿੱਚ ਵਿਚਰਦੀਆਂ ਨੇ, ਫਿਰ ਉਹ ਉਸ ਚੀਜ਼ ਦਾ ਜਿਹੜਾ ਪਰਫਾਰਮੈਂਸ ਹੈ, ਉਹਦੇ ਮੁਤਾਬਕ ਹੀ ਉਹਦਾ ਮਾਨਦੰਡ ਤੈਅ ਹੁੰਦਾ ਹੈ ਇੰਸਟੀਚਿਊਟ ਦਾ। ਇਹ ਨਹੀਂ ਹੈਗਾ ਵੀ ਉੱਥੇ ਕੋਈ ਤਨਖਾਹ ਉੱਥੇ ਟੀਚਰ ਨੂੰ ਮਿਲਣ ਲੱਗੀ ਲੱਖ ਰੁਪਈਆ, ਤੇ ਉਹ ਇੰਸਟੀਚਿਊਟ ਬਹੁਤ ਵੱਡਾ ਹੋ ਗਿਆ। ਇਟ ਡਜ਼ਨਟ ਮੇਕ ਐਨੀ ਸੈਂਸ। ਇਹ ਤਾਂ ਡਿਪੈਂਡ ਕਰਦਾ ਉੱਥੋਂ ਦੇ ਅਧਿਆਪਕ ਕਿੰਨੇ ਇਨਵੋਲਵ ਹੋ ਕੇ, ਕਿੰਨੀ ਡੈਡੀਕੇਸ਼ਨ ਨਾਲ ਪੜ੍ਹਾ ਰਹੇ ਨੇ। ਇੱਥੇ ਇੱਕ ਜਿਹੜਾ ਚੈੱਕ ਲੱਗਾ ਹੋਇਆ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹ ਆਮ ਤੌਰ 'ਤੇ ਬੰਦੇ ਸ਼ੇਅਰ ਨਹੀਂ ਕਰਦੇ। ਇੱਥੇ ਇੱਕ ਚੈੱਕ ਉਹ ਲੱਗਾ ਹੋਇਆ ਜਿਹਦੇ ਪਿੱਛੇ ਰੌਲਾ ਵੀ ਪੈਂਦਾ ਸਮਾਜ ਵਿੱਚ, ਪਰ ਉਹ ਹੋਰ ਡਿਫਰੈਂਟ ਸਿਸਟਮ 'ਤੇ ਪੈਂਦਾ। ਸਾਡੇ ਜਿੰਨੇ ਟੀਚਰਸ ਨੇ ਜਾਂ ਸਾਡੇ ਜਿੰਨੇ ਇੰਪਲੋਈਜ਼ ਨੇ, ਉਹਨਾਂ ਸਾਰਿਆਂ ਦੇ ਬੱਚੇ ਸਾਡੇ ਹੀ ਕੈਂਪਸ 'ਚ ਪੜ੍ਹਦੇ ਨੇ। ਅੱਛਾ। ਉਹਨਾਂ ਦੇ ਸਾਰੇ, ਕੋਈ ਬੱਚਾ ਬਾਹਰ ਨਹੀਂ ਪੜ੍ਹਦਾ, ਇੱਥੇ ਹੀ ਪੜ੍ਹਦੇ ਨੇ ਸਾਡੇ ਕੋਲ ਜੀ। ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ, ਜੇ ਤੁਹਾਡਾ ਬੱਚਾ ਕਲਾਸ 'ਚ ਬੈਠਾ ਹੋਵੇ, ਉਹਨਾਂ ਕਲਾਸਾਂ 'ਚ ਬੈਠਾ, ਉਹਨਾਂ ਵਿਦਿਆਰਥੀਆਂ 'ਚ ਬੈਠਾ ਹੋਵੇ, ਤੇ ਕੀ ਤੁਸੀਂ ਆਪਣੇ ਜਿਹੜਾ ਜ਼ਮੀਰ ਦੇ ਨਾਲ ਤੇ ਆਪਣੀ ਜਿਹੜੀ ਕੈਲੀਬਰ ਹੈ ਜਾਂ ਆਪਣੀ ਤੁਹਾਡੀ ਜਿਹੜੀ ਡਿਊਟੀ ਹੈ, ਉਹਦੇ ਨਾਲ ਤੁਸੀਂ ਨਿਆਂ ਨਹੀਂ ਕਰੋਗੇ? ਇੱਥੇ ਹੀ ਚੱਕ ਲੱਗਾ ਹੋਇਆ। ਦੂਜੇ ਪਾਸੇ ਇਹੀ ਉਲਟਾ, ਸਰਕਾਰੀ ਜਿਹੜੇ ਇੰਪਲੋਈਜ਼ ਨੇ, ਉਹਨਾਂ ਦੇ ਸਭ ਦੇ ਬੱਚੇ ਸਾਡੇ ਕੋਲ ਹੀ ਪੜ੍ਹਦੇ ਨੇ, ਪਰ ਅਸੀਂ ਉੱਧਰ ਨਹੀਂ ਲਾਏ, ਅਸੀਂ ਆਪਦੇ ਕੋਲ ਲਾਏ ਹੋਏ ਆ। ਚਾਹੇ ਸਾਨੂੰ ਉਹਨੂੰ 'ਚ ਕੰਪਨਸੇਟ ਕਰਨਾ ਪੈ ਰਿਹਾ, ਸੀ ਕਹਿੰਦੇ ਨਹੀਂ ਅਸੀਂ ਫੀਸ ਨਹੀਂ ਲੈਣੀ, ਲਾਓ ਇੱਥੇ ਹੀ। ਸੋ ਉਹ ਵੀ ਇੱਕ ਨਿਯਮ ਹੈ, ਇੱਕ ਛੁਪੀ ਹੋਈ ਸਾਡੀ ਇੱਕ ਟੈਕਨੀਕ ਹੈ ਕਿ ਇਹਨੂੰ ਕਿੱਦਾਂ ਕਰੈਕਟ ਕੀਤਾ ਜਾਣਾ ਚਾਹੀਦਾ ਹੈ। ਸੋ ਇਹ ਕਹਿੰਦੇ ਵੀ ਦਿੱਲੀ ਦੇ ਵਿੱਚ ਸਕੂਲ ਬੜੇ ਸੋਹਣੇ ਆ ਜੀ, ਤੇ ਪੰਜਾਬ ਦੇ ਵਿੱਚ ਬੜੇ ਸੋਹਣੇ ਕਰ ਦੇਣੇ ਆ ਜੀ। ਕਹਿੰਦੇ ਵੀ ਹੁਣ ਤਾਂ ਇੱਥੇ ਵੱਡੇ ਵੱਡੇ ਘਰਾਣਿਆਂ ਦੇ ਬੱਚੇ ਜਿਹੜੇ ਪੜ੍ਹਿਆ ਕਰਨਗੇ, ਇਹ ਇੱਕਦਮ ਜਿਹੜਾ ਇਹ ਖੱਪਾ ਪੂਰਾ ਜਾਊਗਾ, ਇਹ ਜਿਹੜੀ ਦੂਰੀ ਆ, ਜਿਹੜਾ ਵਿਚਾਲੇ ਗੈਪ ਪਿਆ ਹੋਇਆ, ਇਹ ਮਿਟ ਜੂਗਾ ਤੁਹਾਡੇ ਖਿਆਲ 'ਚ? ਦੇਖੋ ਗੱਲ ਆ ਟਾਣਾ ਸਾਹਿਬ, ਆਸ ਤੇ ਦੁਨੀਆ ਕਾਇਮ ਹੈ, ਠੀਕ ਹੈ, ਇਹ ਚੀਜ਼ਾਂ ਕਰੈਕਟ ਹੋਣੀਆਂ ਚਾਹੀਦੀਆਂ। ਇੱਕ ਬੀਇੰਗ ਅ ਸਿਵਿਲੀਅਨ, ਬੀਇੰਗ ਅ ਸਿਟੀਜ਼ਨ ਆਫ ਦਿਸ ਕੰਟਰੀ, ਬੀਇੰਗ ਅ ਸਿਟੀਜ਼ਨ ਆਫ ਦਿਸ ਸਟੇਟ, ਸਾਡੀ ਇਹ ਡਿਊਟੀ ਬਣਦੀ ਹੈ ਕਿ ਜੋ ਵੀ ਕੰਮ ਇਸ ਸਟੇਟ ਨੂੰ ਉੱਪਰ ਲਿਫਟ ਕਰਨ ਦੇ ਲਈ, ਇਸ ਕੰਟਰੀ ਨੂੰ, ਉਹ ਸਾਡੇ ਲਈ ਜੋ ਡਿਊਟੀ ਬਣਦੀ ਸਾਡੀ ਹੋਣਾ ਚਾਹੀਦਾ। ਇਹ ਜ਼ਰੂਰ ਹੈ ਕਿ ਆਸ ਤੇ ਦੁਨੀਆ ਕਾਇਮ ਹੋਣ ਦੇ ਨਾਲ ਮਿਹਨਤ ਕਰਨੀ ਪੈਣੀ ਹੈ। ਇੰਪੋਸੀਬਲ ਕੋਈ ਚੀਜ਼ ਨਹੀਂ ਹੁੰਦੀ। ਅਸੀਂ ਵੀ ਉਹ ਦੌਰ ਦੇਖਿਆ ਜਦੋਂ ਅਸੀਂ ਪੜ੍ਹਦੇ ਸੀ, ਅਸੀਂ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਹਾਂ। ਉਦੋਂ ਸਿਸਟਮ ਹੋਰ ਸੀ, ਅੱਜ ਸਿਸਟਮ ਹੋਰ ਹੋ ਗਿਆ, ਔਰ ਉਹ ਚਰਮਰਾਉਂਦਾ ਹੋਇਆ ਢਾਂਚਾ ਇੱਕਦਮ ਕਲੈਪਸ ਹੋ ਗਿਆ। ਹੁਣ ਇਹ ਜਿਹੜਾ ਬੁਨਿਆਦੀ ਢਾਂਚਾ ਹੈਗਾ, ਇਹਨੂੰ ਨਿਉਂ ਪੱਟ ਕੇ ਦੁਬਾਰਾ ਫਾਊਂਡੇਸ਼ਨ ਬਣ ਕੇ ਖੜਾ ਕਰਨਾ ਪੈਣਾ। ਇਹ ਸੱਚ ਨਹੀਂ ਹੋਣਾ ਇਹ ਇੱਦਾਂ ਜਿਵੇਂ ਤੁਸੀਂ ਕਹਿੰਦੇ ਵੀ 2 ਲੀਟਰ ਪੇਂਟ ਲੈ ਕੇ ਤੇ ਘੁੱਗੀਆਂ ਵਾਹ ਕੇ ਤੇ ਤੁਸੀਂ ਉਹਨੂੰ ਸਮਾਰਟ ਬਣਾ ਦੋਗੇ, ਇੱਦਾਂ ਨਹੀਂ ਬਣਨਾ, ਠੀਕ ਹੈ ਜੀ। ਇਟ ਇਜ਼ ਸੌਰੀ ਟੂ ਸੇ ਦੈਟ। ਇਹਦੇ ਵਾਸਤੇ ਓਨੀ ਹੀ ਮਿਹਨਤ ਕਰਨੀ ਪਏਗੀ ਜਿੰਨਾ ਇੱਕ ਪ੍ਰਾਈਵੇਟ ਐਂਟਰਪ੍ਰੇਨਿਓਰ ਕਰਦਾ ਹੈ, ਫਿਰ ਇਹ ਕਿਤੇ ਜਾ ਕੇ ਹੋਏਗਾ। ਔਰ ਮੈਂ ਮੰਨਦਾ ਜਿਸ ਤਰੀਕੇ ਦੀ ਸਰਕਾਰ ਆਈ ਹੈ, ਉਹਦੇ ਵਿੱਚ ਬੜੇ ਐਨਰਜੈਟਿਕ ਬੰਦੇ ਨੇ। ਭਗਵੰਤ ਮਾਨ ਸਾਡਾ ਆਪ ਵੀ ਬਹੁਤ ਐਨਰਜੈਟਿਕ ਨੇ ਇਸ ਮਾਮਲੇ ਦੇ ਵਿੱਚ। ਬਾਕੀ ਸਾਡੀ ਪਾਰਟੀਸਪੇਸ਼ਨ ਹੋਊਗੀ ਬੀਇੰਗ ਐਨ ਪ੍ਰਾਈਵੇਟ ਐਂਟਰਪ੍ਰੇਨਿਓਰ, ਅਸੀਂ ਵੀ ਨਾਲ ਲੱਗਣ ਨੂੰ ਤਿਆਰ ਹਾਂ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਉਸ ਸਿਸਟਮ ਦੇ ਵਿੱਚ ਸਾਡੀ ਕੋਈ ਹੈਲਪ ਚਾਹੀਦੀ ਹੈ, ਮੰਨ ਲਓ ਆਪਣੇ ਮੇਰੇ ਸਰਾਊਂਡਿੰਗ ਦੇ ਵਿੱਚ 20 ਸਕੂਲ ਸਰਕਾਰੀ ਨੇ ਜੀ, ਜਾਂ ਤੁਹਾਡਾ ਕੋਈ ਯੂਨਿਟ ਹੈਗਾ, ਤੁਹਾਡੇ ਨਾਲ 10 ਸਕੂਲ ਸਰਕਾਰੀ ਨੇ ਜੀ, ਤੁਸੀਂ ਕਿਉਂ ਨਹੀਂ ਜੀ ਉਸ ਬੰਦੇ ਨੂੰ ਕੰਸੀਡਰ ਕਰਦੇ ਵੀ ਇਹ ਵਧੀਆ ਕੰਮ ਕਰ ਰਿਹਾ ਤੇ ਉਹਨੂੰ ਨਾਲ ਜੋੜ ਦਿਓ? ਉਹ ਕੁਛ ਤਾਂ ਮਦਦ ਕਰਨਗੇ ਉਹਨਾਂ ਦੀ। ਸੋ ਕਹਿਣ ਦਾ ਭਾਵ ਵੀ ਸਾਨੂੰ ਕੰਸੀਡਰ ਕਰਨਾ ਪਏਗਾ ਵੀ ਅਸੀਂ ਪਿੱਛੇ ਹਾਂ, ਤਾਂ ਹੀ ਤੁਸੀਂ ਉਹਦੇ ਬਰਾਬਰ ਚੱਲੋਗੇ। ਤੁਸੀਂ ਤਾਂ ਪਹਿਲਾਂ ਹੀ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਬਹੁਤ ਅੱਗੇ ਹਾਂ ਜੀ, ਅਸੀਂ ਤਾਂ ਇਹਨਾਂ ਤੋਂ ਅੱਗੇ ਖੜ੍ਹੇ ਹਾਂ। ਉਹ ਭਾਈ ਕੱਲੀਆਂ ਉੱਥੇ ਅਸੈਸਿੰਗ ਅਥਾਰਟੀ ਕੋਲੋਂ ਤੁਸੀਂ ਨੰਬਰ 1 ਸਟੇਟ ਦਾ ਦਰਜਾ ਲੈਣ ਦੇ ਨਾਲ ਸਿਸਟਮ ਨਹੀਂ ਸੁਧਰਨਾ। ਉਹ ਤੁਹਾਨੂੰ ਵੀ ਪਤਾ ਦਰਜਾ ਕਿੱਦਾਂ ਆਉਂਦਾ ਤੇ ਕਿੱਦਾਂ ਨਹੀਂ ਆਉਂਦਾ।
ਸਾਨੂੰ ਪਤਾ ਹੈ ਵੀ ਜਦੋਂ 4 ਅਦਾਰੇ ਤੁਸੀਂ ਚਲਾਉਣੇ ਇਸ ਵੇਲੇ। ਜੀ ਸਰ। ਇੱਕ ਮੋਗੇ ਦੇ ਵਿੱਚ ਇਧਰਲੇ ਪਾਸੇ ਜਿੱਥੇ ਆਪਾਂ ਬੈਠ ਕੇ ਗੱਲ ਕਰ ਰਹੇ ਹਾਂ ਜੀ 3 ਹੋਰ ਅਦਾਰੇ ਤੁਹਾਡੇ। ਜੀ। ਇਹ ਸਾਰੇ ਅਦਾਰੇ ਚਲਾਉਣ ਦੇ ਵਿੱਚ ਕਿੰਨੀ ਕੁ ਮੁਸ਼ਕਲ ਲੱਗਦੀ ਹੈ, ਮੈਨ ਪਾਵਰ ਕਿੰਨੀ ਕੁ? ਮੈਨ ਪਾਵਰ ਤਾਂ ਜੇ ਦੇਖੋ ਤੁਸੀਂ ਕਹੋ ਕਿ ਸਾਡੇ ਕੋਲ ਤਕਰੀਬਨ 450 ਦੇ ਆਸ-ਪਾਸ ਸਾਡੇ ਕੋਲ EMPLOYEES ਨੇ ਜਿਹਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਮਿਲਾ ਕੇ। ਔਰ ਮੇਰੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਸਕੂਲਾਂ ਦੇ ਵਿੱਚ ਮੈਜੋਰਿਟੀ ਸਾਡੇ ਕੋਲ ਆਊਟਸੋਰਸ ਹੁੰਦੀਆਂ, ਬਸ ਸਾਡੇ ਕੋਲ ਟਰਾਂਸਪੋਰਟ ਵੀ ਆਪਣੀਆਂ, ਇਸ ਕਰਕੇ ਸਾਡੇ ਕੋਲ ਥੋੜੇ ਨੰਬਰ ਆਫ EMPLOYEES ਜ਼ਿਆਦਾ ਹੁੰਦੇ ਨੇ। ਕੋਈ ਵੀ ਕੰਮ ਹੈ ਜੀ, ਜਦੋਂ ਤੱਕ ਤੁਸੀਂ ਉੱਤੇ ਸਵਾਰ ਨਹੀਂ ਹੁੰਦੇ, ਚਾਹੇ ਕੋਈ ਤੁਸੀਂ ਇੰਡਸਟਰੀ ਚਲਾਉਣੀ ਹੈ, ਚਾਹੇ ਤੁਸੀਂ ਸਕੂਲ ਚਲਾਉਣਾ ਹੈ, ਚਾਹੇ ਕੁਝ ਵੀ ਚਲਾਉਣਾ, ਚਾਹੇ ਤੁਸੀਂ ਕੋਈ NGO ਹੀ ਚਲਾਉਣਾ ਹੈ, ਚਾਹੇ ਤੁਸੀਂ ਕਿਤੇ ਵੀ ਬੈਠੇ ਹੋ, ਤੁਹਾਡੇ EMPLOYEES ਉੱਤੇ, ਚਾਹੇ ਮੰਨ ਲਓ ਹੁਣ ਸਕੂਲਾਂ ਦੇ ਵਿੱਚ ਤਾਂ ਪ੍ਰਿੰਸੀਪਲ ਹੈਗੇ ਨੇ, ਵਾਈਸ ਪ੍ਰਿੰਸੀਪਲਸ ਵੀ ਹੈਗੇ ਨੇ, ਸਪੋਰਟਸ ਅਥਾਰਟੀ ਦੀ ਵੀ ਪਰਸਨਸ ਵੀ ਹੈਗੇ ਨੇ, ਉਹਨਾਂ ਨੇ ਕੰਮ ਕਰੀ ਜਾਣਾ। ਪਰ ਜਿਹੜਾ ਇੱਕ ਬੰਦਾ ਜਿਹਦਾ ਵਿਜ਼ਨ ਹੈ, ਉਹਦੇ ਦਿਮਾਗ ਵਿੱਚ 24/7 ਚੱਲਦਾ ਹੀ ਰਹਿੰਦਾ ਹੈ। ਜਿਹੜਾ ਵੀ ਉਹ ਕੰਮ ਕਰੇਗਾ, ਇੰਡਸਟਰੀਅਲਿਸਟ ਦੇ ਦਿਮਾਗ, ਜਿਹੜਾ ਸਕਸੈਸਫੁਲ ਇੰਡਸਟਰੀਅਲਿਸਟ ਹੈ, ਜਿਹਨੇ ਮਿਹਨਤ ਕੀਤੀ ਹੋਈ ਹੈ, ਉਹਦੇ ਦਿਮਾਗ 'ਚ ਇੰਡਸਟਰੀ ਹਮੇਸ਼ਾ ਚੱਲਦੀ ਰਹਿੰਦੀ ਹੈ। ਸੋ ਉਹ ਉਨੀ ਹੀ ਮਿਹਨਤ ਕਰਨੀ ਪੈਂਦੀ ਹੈ, ਫਿਰ ਕਿਤੇ ਜਾ ਕੇ ਬੂਰ ਲੱਗਦਾ ਤੇ ਫਿਰ ਕਿਤੇ ਜਾ ਕੇ ਫਰੂਟ ਤਿਆਰ ਹੁੰਦਾ ਜੀ। ਬਹੁਤ ਖੂਬ, ਸਹੀ ਆ। ਕੀ ਕਹਿਣਾ ਚਾਹੋਗੇ ਵੀ ਵਿਰਾਟ, ਸੱਚ ਮੇਰੇ ਦਿਮਾਗ 'ਚ ਹੋਰ ਗੱਲ ਆ ਗਈ, ਵਿਰਾਟ ਕੋਹਲੀ ਤੁਹਾਡੇ ਪੱਕੇ ਮਿੱਤਰ ਆ। ਮੈਂ ਇਹ ਵੀ ਸੁਣਿਆ ਸੀ ਕਿਸੇ ਦੋਸਤ ਤੋਂ ਵੀ ਵਿਆਹ ਤੇ ਵੀ ਤੁਹਾਨੂੰ ਬੁਲਾਇਆ ਉਹਨਾਂ ਨੇ ਜੀ। ਗਿਆ ਇਹ ਫਿਰ ਆੜੀ ਕਿਵੇਂ ਪਈ? ਮੈਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਤੁਹਾਡੇ ਇੱਥੇ, ਹਰਭਜਨ ਸਿੰਘ ਹੋਰੀ ਆਏ ਆ ਜੀ, ਬੱਚੇ ਜਿਹੜੇ ਖੇਡਾਂ ਨਾਲ ਜੁੜੇ ਹੋਏ ਆ, ਦਲੀਪ ਸਿੰਘ ਖਲੀ ਹੋਰੀ ਆਏ ਆ, ਅਜਰੂਦੀਨ ਹੋਰੀ ਆਏ ਆ, ਕਹਿੰਦੇ ਵਿਰਾਟ ਕੋਹਲੀ ਵੀ ਆਉਂਦੇ ਸਮੇਂ ਦੇ ਵਿੱਚ ਆਉਣਗੇ। ਇਹ ਆੜੀ ਕਿਵੇਂ ਪਈ ਸੀ? ਇਹ ਕਰੈਕਟਰ ਨਹੀਂ ਜੀ, ਮੇਰੇ ਕੋਲ ਤਾਂ ਸਰਦਾਰਾ ਸਿੰਘ ਵੀ ਆ ਕੇ ਗਏ ਆ, ਜਿਹੜੇ ਉਸ ਵੇਲੇ ਹਾਕੀ ਕਪਤਾਨ ਸੀ। ਹੁਣ ਮਨਪ੍ਰੀਤ ਵੀ ਆਏ ਸੀ, ਜਿਹੜੇ ਹੁਣ ਮੌਜੂਦਾ ਕਪਤਾਨ ਨੇ। ਆਉਂਦੇ ਰਹਿੰਦੇ ਪਲੇਅਰ। ਮੈਨੂੰ ਗੇਮਾਂ ਨਾਲ ਬੜਾ ਲਗਾਓ ਆ, ਕਿਉਂਕਿ ਮੇਰੇ ਇਸ ਕੈਂਪਸ ਦੇ ਵਿੱਚ ਜੀ 37 ਇੰਡੀਪੈਂਡੈਂਟ ਗੇਮ ਤੇ 21 ਟਰੈਕ ਐਂਡ ਫੀਲਡ ਹੈ। ਜਿਹੜਾ ਬੱਚਾ ਸਾਡੇ ਕੋਲ ਇੱਥੇ ਆਉਂਦਾ ਉਹਦੇ ਕੋਲ 58 ਚੋਇਸਿਸ ਹੈ। ਠੀਕ ਹੈ ਜੀ। ਇਨਫਰਾਸਟ੍ਰਕਚਰ ਸਾਡੇ ਕੋਲ, ਤੁਸੀਂ ਹੁਣ ਜਦੋਂ ਆਏ ਹੋ ਤਾਂ ਜ਼ਰੂਰ ਦੇਖ ਕੇ ਵੀ ਜਾਇਓ ਵੀ ਸਾਡੇ ਕੋਲ ਕਿਸ ਲੈਵਲ ਦਾ ਇਨਫਰਾਸਟ੍ਰਕਚਰ ਹੈਗਾ। ਜਿਹੜੀ ਤੁਸੀਂ ਗੱਲ ਕੀਤੀ ਵਿਰਾਟ ਭਾਜੀ ਹੋਣਾ ਦੀ, ਵਿਰਾਟ ਹੋਣੀ ਜਦੋਂ ਅੰਡਰ 19 ਆਸਟ੍ਰੇਲੀਆ ਖੇਡਦੇ ਸੀ ਤੇ ਮੈਂ ਪਹਿਲੀ ਵਾਰੀ ਉੱਥੇ, ਮੇਰੇ ਦੋਸਤ ਹੈ ਪਰਮਜੀਤ ਭਾਜੀ, ਉਹਨਾਂ ਦੇ ਨਾਲ ਮਿਲਿਆ ਸੀ। ਉਦੋਂ ਬਾਅਦ ਫਿਰ ਸਾਡੀ ਇਹ ਤਕਰੀਬਨ ਹੁਣ 15-16 ਸਾਲ ਹੋ ਗਏ ਸਾਡੀ ਐਸੋਸੀਏਸ਼ਨ ਚੱਲਦੀ ਰਹਿੰਦੀ ਹੈ, ਮਿਲਦੇ ਰਹਿੰਦੇ ਆ। ਤੇ ਵਿਆਹ ਤੇ ਵੀ ਮੈਂ ਉਹਨਾਂ ਦੇ ਗਿਆ ਸੀ, ਮੈਂ ਤੇ ਮੇਰੀ ਬੇਟੇ ਉੱਥੇ ਸ਼ਿਰਕਤ ਕਰਨ ਗਏ ਸੀ। ਤੇ ਮੇਰੇ ਦੋਸਤ ਜਿਹੜੇ ਆਸਟ੍ਰੇਲੀਆ ਵਾਲੇ ਨੇ ਉਹ ਵੀ ਆਏ ਸੀ ਉੱਥੋਂ ਫਲਾਈ ਕਰਕੇ, ਤੇ ਫਿਰ ਅਸੀਂ ਇਕੱਠੇ ਮੈਰਿਜ ਉਹਨਾਂ ਦੀ ਅਟੈਂਡ ਕੀਤੀ ਸੀ। ਔਰ ਉਹ ਜੈਮ ਆਫ ਪਰਸਨ ਨੇ ਜੀ। ਜਦੋਂ ਕਿਤੇ ਮੌਕਾ ਮਿਲਿਆ ਤਾਂ ਤੁਹਾਨੂੰ ਵੀ ਮਿਲਾਵਾਂਗੇ ਉਹਨਾਂ ਨਾਲ, ਔਰ ਤੁਹਾਨੂੰ ਇਹ ਲੱਗੇਗਾ ਵੀ ਜਦੋਂ ਤੁਸੀਂ ਉਹਨੂੰ ਮਿਲਦੇ ਵੀ ਮੈਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਜਾਣਦਾ। ਅਸੀਂ ਚੱਜ ਦਾ ਵਿਚਾਰ ਕਰਾਂਗੇ ਉਹਨਾਂ ਨਾਲ। ਜ਼ਰੂਰ ਜੀ, ਬਿਲਕੁਲ ਕਰੋ ਜੀ, ਕਿਉਂ ਨਹੀਂ ਕਰੋਗੇ ਜੀ। ਉਹ ਤੁਸੀਂ ਵੀ ਉਸ ਲਈ ਡਿਜ਼ਰਵ ਕਰਦੇ ਤੇ ਉਹ ਵੀ ਬਿਲਕੁਲ ਉਹਦੇ ਲਈ ਡਿਜ਼ਰਵ ਕਰਦੇ। ਬਹੁਤ ਮਿਹਰਬਾਨੀ। ਜੇਕਰ ਜਾਣੇ ਤੁਹਾਨੂੰ ਪੁੱਛਣਾ ਹੋਵੇ ਵੀ ਇਸ ਵੇਲੇ ਸਿੱਖਿਆ ਖੇਤਰ ਦੇ ਮੂਹਰੇ ਕਿਹੜੀਆਂ ਚੁਣੌਤੀਆਂ, ਦੋ ਕੁ ਮੇਰੇ ਮਹੱਤਵਪੂਰਨ ਸਵਾਲ ਆ। ਸਿੱਖਿਆ ਖੇਤਰ ਦੇ ਮੂਹਰੇ ਕਿਹੜੀਆਂ ਮਹੱਤਵਪੂਰਨ ਚੁਣੌਤੀਆਂ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਜੀ, ਜੇ ਸਿੱਖਿਆ ਨੂੰ ਤੁਸੀਂ ਵੰਡਦੇ ਹੋ, 2 ਹਿੱਸੇ ਆ ਜਾਂਦੇ। ਇੱਕ ਤਾਂ ਸਕੂਲੀ ਸਿੱਖਿਆ ਆ ਗਈ, ਇੱਕ ਫਿਰ ਉਦੋਂ ਬਾਅਦ ਜਿਹੜੀ ਹੈਗੀ ਆ ਮਤਲਬ ਗ੍ਰੇਡ 12 ਤੋਂ ਬਾਅਦ ਕਾਲਜਸ ਦੀ ਸਿੱਖਿਆ ਆ ਗਈ। ਜਿਹੜੀ ਤਾਂ ਹੈਗੀ ਸਕੂਲ ਦੀ ਸਿੱਖਿਆ ਜੀ। ਸਕੂਲ ਦੀ ਸਿੱਖਿਆ ਦੇ ਵਿੱਚ ਜਿਹੜੀਆਂ ਚੁਣੌਤੀਆਂ ਨੇ, ਉਹ ਚੁਣੌਤੀਆਂ ਇਹ ਨੇ ਕਿ ਜਿਹੜਾ ਸਰਕਾਰੀ ਤੰਤਰ ਹੈਗਾ ਉਹਨੂੰ ਕਿੱਦਾਂ ਅਪਲਿਫਟ ਕੀਤਾ ਜਾਣਾ ਹੈ। ਔਰ ਖਾਸ ਕਰਕੇ ਜਿਹੜਾ ਉੱਥੋਂ ਦੇ ਅਧਿਆਪਕ ਨੇ, ਉਹਨਾਂ ਦਾ ਜਿਹੜੀ ਮਰਜ਼ੀ ਸਰਕਾਰ ਆ ਜਾਏ, ਚਾਹੇ ਮਹਾਰਾਜ ਸਾਹਿਬ ਦੀ ਸਰਕਾਰ ਆਏ, ਚਾਹੇ ਬਾਲ ਸਾਹਿਬ ਦੀ ਸਰਕਾਰ ਆ ਜਾਏ, ਹੁਣ ਭਗਵੰਤ ਮਾਨ ਸਾਹਿਬ ਦੀ ਆ, ਮਹੀਨਾ ਹਜੇ ਹੋਇਆ ਨਹੀਂ, ਟੈਂਟ ਲਾ ਕੇ ਬੈਠ ਗਏ ਉੱਥੇ ਜੀ। ਉਹ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ, ਉਹ ਸਰਕਾਰ ਕਿਸੇ ਵੀ ਤਰੀਕੇ ਨਾਲ ਦਾ ਹੱਲ ਕੱਢੇ। ਇਹ ਜਿਹੜੀ ਇੱਕ 24 ਘੰਟੇ ਸਟੇਟ ਦੇ ਵਿੱਚ ਇੱਕ ਐਜੀਟੇਸ਼ਨ ਦਾ ਮੋਡ ਹੁੰਦਾ, ਇਹਨੂੰ ਤੋੜਨਾ ਬਹੁਤ ਜ਼ਰੂਰੀ ਆ। ਕਿਉਂਕਿ ਜਦੋਂ ਤੱਕ ਸਟੇਟ ਸਿਖਾਵਾਂ ਮਾਹੌਲ ਨਹੀਂ ਹੋਏਗਾ, ਉਹ ਸਟੇਟ ਪ੍ਰੋਗਰੈਸ ਨਹੀਂ ਕਰ ਸਕਦੀ, ਨੰਬਰ 1। ਦੂਜੇ ਪਾਸੇ ਜਿਹੜਾ ਉਸ ਤੋਂ ਬਾਅਦ ਸਕੂਲਾਂ ਤੋਂ ਬਾਅਦ ਆ ਗਿਆ ਕਾਲਜਸ ਵਾਲਾ ਜੀ। ਕਾਲਜਸ ਦੇ ਵਿੱਚ ਸਰਕਾਰਾਂ ਨੇ ਕੀ ਕੀਤਾ, ਜਿਹੜੀਆਂ ਪਹਿਲਾਂ ਆਊਟਗੋਇੰਗ ਸਰਕਾਰ ਸੀ ਜੀ, ਉਹਨਾਂ ਨੇ ਜਿਹੜੇ ਸਕਾਲਰਸ਼ਿਪਸ ਆਈਆਂ ਕਾਲਜਸ ਵਾਸਤੇ, ਕਾਲਜ ਸਟੂਡੈਂਟਸ ਵਾਸਤੇ, ਉਹਦੇ 'ਚ ਬੜੀ, ਆਪਾਂ ਸੌਰੀ ਟੂ ਸੇ ਦੈਟ, ਉਹ 'ਚ ਬੜੀਆਂ ਮੈਨੂਪੂਲੇਸ਼ਨਸ ਹੋਈਆਂ, ਬਹੁਤ ਕੁਛ ਕੀਤਾ ਜੀ। ਸਹੀ ਮਾਇਨੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਸਾਰੇ ਕਾਲਜਸ ਬੰਦ ਪਏ ਨੇ, ਉਹਦੇ ਵਿੱਚ ਹੋਰ ਕਿਸੇ ਦਾ ਕਸੂਰ ਨਹੀਂ, ਉਹ ਸਰਕਾਰ ਦੀਆਂ ਪਾਲਿਸੀਆਂ ਦਾ ਕਸੂਰ ਹੈ। ਜਿੰਨਾ ਪੈਸਾ ਉੱਥੋਂ ਆਉਂਦਾ ਸੀ, ਉਹ 'ਚ ਕੁਛ ਪਰਸੈਂਟੇਜ ਇਹਨਾਂ ਨੇ ਆਪਦੇ ਕੋਲ ਪਾਉਣੀ ਸੀ, ਉਹ ਪਾਈ ਨਹੀਂ, ਉਹ ਸਕਾਲਰਸ਼ਿਪਸ ਵਾਪਸ ਚਲੀ ਗਈਆਂ, ਕਾਲਜ ਵਾਲੇ ਵਿਚਾਰੇ ਵਿਹਲੇ ਹੋ ਗਏ। ਔਰ ਦੂਜਾ, ਉਹਨਾਂ ਨੂੰ ਜਿਹੜੀ ਹਾਸੋਹੀਣੀ ਜਾਂ ਆਪਾਂ ਕਹਿੰਦੇ ਕਿ ਤਰਾਹੀ ਵਾਲੀ ਸਥਿਤੀ ਜਿਹੜੀ ਉਹਨਾਂ ਦੀ ਬਣ ਗਈ, ਉਹ ਇਹ ਬਣ ਗਈ, ਜਿਹੜੇ ਉਹਨਾਂ ਨੇ ਬੱਚੇ ਰੱਖ ਲਏ ਉੱਥੇ ਜੀ, ਫੀਸ ਉਹਨਾਂ ਦੀ ਕੋਈ ਆ ਨਹੀਂ ਰਹੀ, ਨਾ ਉਹਨਾਂ ਨੂੰ ਕੱਢਣ ਜੋਗੇ ਤੇ ਨਾ ਉਹਨੂੰ ਪੜਾਉਣ ਜੋਗੇ। ਸੋ ਬੜੀ ਵੱਡੀ ਹੈ। ਦੂਜੀ ਚੁਣੌਤੀ ਹੈਗੀ ਆ ਇੱਥੋਂ ਬ੍ਰੇਨ ਡਰੇਨ ਦੀ। ਮੰਨ ਲਓ ਅਸੀਂ ਪ੍ਰਾਈਵੇਟ ਸਕੂਲ ਚਲਾਉਂਦੇ ਹਾਂ, ਸਾਡੇ ਕੋਲੇ ਜੇ ਮੰਨ ਲਓ ਸਾਡੇ ਪਾਸ ਆਊਟ 200 ਬੱਚਾ ਹੈਗਾ, ਮੰਨ ਲਓ ਗ੍ਰੇਡ 12 ਦੇ ਵਿੱਚੋਂ ਜੀ, ਤਾਂ ਤੁਸੀਂ ਯਕੀਨ ਜਾਣਿਓ 200 ਦੇ ਵਿੱਚੋਂ 10 ਵੀ ਨਹੀਂ ਇੱਥੇ ਰਹਿੰਦੇ ਜੀ, ਸਾਰੇ ਹੀ ਬਾਹਰ ਚੱਲ ਜਾਂਦੇ ਆ। ਇਹ ਜਿਹੜਾ ਬ੍ਰੇਨ ਡਰੇਨ ਹੋ ਰਿਹਾ,
ਇਹਦਾ ਜਿਹੜਾ ਗਾਂ ਆਫਟਰ ਸ਼ੌਕ ਆਉਣਾ, ਆਫਟਰ ਜਦੋਂ ਕਾਫੀ ਟਾਈਮ ਬੀਤ ਜਾਏਗਾ ਤੇ ਇੱਥੇ ਕੀ ਹੋਏਗਾ, ਤੁਹਾਨੂੰ ਕੈਲੀਵਰ ਵਾਲਾ ਕੋਈ ਨਾ ਡਾਕਟਰ ਲੱਭਣਾ ਇੱਥੇ, ਨਾ ਤੁਹਾਨੂੰ ਕੋਈ ਇੰਜੀਨੀਅਰ ਲੱਭਣਾ ਇੱਥੇ। ਔਰ ਜਿੱਥੇ ਜਾ ਕੇ ਬਹੁਤ ਸਾਰੇ ਕੰਟਰੀਜ਼ ਇੱਦਾਂ ਦੇ ਸੀ, ਸ਼ਾਇਦ ਤੁਹਾਡੇ ਧਿਆਨ ਇੱਥੇ ਹੋਵੇਗਾ, ਮੇਰੇ ਇੱਕ ਸੱਜਣ ਨੇ ਇੱਥੇ ਸਾਡੇ ਮੋਗੇ ਦੇ ਨੇ, ਕੁਲਵੰਤ ਸਿੰਘ ਧਾਲੀਵਾਲ ਨੇ, ਉਹ ਬ੍ਰਾਂਡ ਐਂਬੈਸਡਰ ਨੇ ਜੀ ਇਹਦੇ ਆਪਣਾ ਕੈਂਸਰ ਸੇਵਾ ਸੁਸਾਇਟੀ ਦੇ ਜੀ। ਉਹ ਮੈਨੂੰ ਦੱਸ ਰਹੇ ਸੀ ਕਿ 4700 ਕੇ 4800 ਪ੍ਰੈਕਟਿਸਿੰਗ ਡਾਕਟਰ ਹੈਗੇ ਉੱਥੇ ਲੰਡਨ ਦੇ ਵਿੱਚ ਜੀ, ਤੇ ਉਹ 4700 4800 ਦੇ ਵਿੱਚੋਂ ਲਗਭਗ 3900 ਕੇ 3800 ਡਾਕਟਰ ਇੰਡੀਅਨ ਹੈ। ਠੀਕ ਹੈ ਜੀ। ਔਰ ਇੰਡੀਅਨ ਦੇ ਵਿੱਚੋਂ ਵੀ ਉਹਦੇ ਵਿੱਚੋਂ ਇੱਕ ਬਹੁਤ ਬੜਾ ਸੈਗਮੈਂਟ ਆ ਪੰਜਾਬੀਆਂ ਦਾ। ਹੁਣ ਇੱਥੇ ਤਾਂ ਗ੍ਰੇਡ 12 ਤੋਂ ਬਾਅਦ ਪਹਿਲਾਂ ਹੀ ਬਾਹਰ ਚਲਾ ਗਿਆ ਬੱਚਾ, ਇੱਥੋਂ ਦਾ ਤਾਂ ਡਾਕਟਰ ਤਿਆਰ ਨਹੀਂ ਹੋਇਆ, ਤੇ ਉਹਨਾਂ ਦੀ ਆਊਟਸੋਰਸਿੰਗ ਕੌਣ ਕਰੇਗਾ? ਹੁਣ ਉਹਨਾਂ ਕੋਲ ਉੱਥੇ ਡਾਕਟਰ ਘੱਟ ਜਾਣੇ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਹੈ ਗੰਭੀਰ ਨੇ। ਸਰਕਾਰ ਨੂੰ ਇਹ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਕਿਸ ਤਰੀਕੇ ਦੇ ਨਾਲ ਇਸ ਬ੍ਰੇਨ ਡਰੇਨ ਨੂੰ ਰੋਕਿਆ ਜਾਏ, ਅਸੀਂ ਮੌਕੇ ਪੈਦਾ ਕਰੀਏ ਇੰਪਲੋਇਮੈਂਟ ਦੇ। ਜਿਹੜਾ ਖਿੱਤਾ ਸਾਡਾ ਹੈਗਾ, ਮੰਨ ਲਓ ਇੱਕ ਕ੍ਰਿਸ਼ੀ ਪ੍ਰਧਾਨ ਕੰਟਰੀ ਆ ਸਾਡਾ, ਕ੍ਰਿਸ਼ੀ ਪ੍ਰਧਾਨ ਸਾਡੀ, ਉਸ ਤੋਂ ਵੀ ਸੁਪਰ ਕ੍ਰਿਸ਼ੀ ਪ੍ਰਧਾਨ ਸਾਡੀ ਸਟੇਟ ਆ, ਕਿਉਂਕਿ ਇੱਥੇ ਮਿਹਨਤ ਸਾਡਾ ਐਗਰੀਕਲਚਰ ਹੀ ਹੈ ਜੀ। ਐਗਰੀਕਲਚਰ ਦੇ ਬੇਸ 'ਤੇ ਗਾਂ ਇੰਡਸਟਰੀ ਲੱਗੀ ਹੋਈ ਹੈ, ਚਾਹੇ ਉਹ ਸ਼ੈਲਰ ਲੱਗ ਜਾਣ ਜੀ, ਚਾਹੇ ਵੀਟ ਮਿੱਲਾਂ ਲੱਗ ਜਾਣ, ਸਾਰਾ ਕੁਛ ਉਹਦੇ ਨਾਲ ਹੀ ਜੁੜਿਆ ਹੋਇਆ। ਸਰਕਾਰ ਨੂੰ ਇਹ ਚਾਹੀਦਾ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਐਗਰੀਕਲਚਰ ਨੂੰ ਮੁੱਖ ਵਿਸ਼ਾ ਬਣਾ ਕੇ ਪੜ੍ਹਾਇਆ ਜਾਵੇ ਰਾਈਟ ਫਰੋਮ ਦਾ ਬਿਗਨਿੰਗ, ਤਾਂ ਕਿ ਬੱਚਿਆਂ ਦੀ ਉਸ ਐਗਰੀਕਲਚਰ ਦੇ ਨਾਲ ਅਟੈਚਮੈਂਟ ਹੋਵੇ। ਜਿਵੇਂ ਪਹਿਲਾਂ ਤੁਸੀਂ ਸੀਗਾ, ਉਹ ਮਾਂ ਜਿਹੜੀ ਜ਼ਮੀਨ ਨੂੰ ਮਾਂ ਸਮਝਦੇ ਸੀ, ਹਾਂਜੀ, ਜੇ ਕੋਈ ਜ਼ਮੀਨ ਵੇਚ ਦਿੰਦਾ ਸੀ ਨਾ ਤਾਂ ਉਹਨੂੰ ਬੜਾ ਮਾੜਾ ਸਮਝਿਆ ਜਾਂਦਾ ਸੀ, ਚਾਹੇ ਕੋਈ ਖੁਸ਼ੀ ਨਾਲ ਤਾਂ ਨਹੀਂ ਵੇਚਦਾ ਸੀ। ਸੋ ਕਹਿਣ ਦਾ ਭਾਵ ਕੀ ਹੈ ਕਿ ਸਾਨੂੰ ਉਹ ਮੂਲਿਆਂ ਨੂੰ, ਉਸ ਵੈਲਿਊਜ਼ ਨੂੰ ਦੁਬਾਰਾ ਸਾਨੂੰ ਜਾਗਰਤ ਕਰਨਾ ਪਏਗਾ ਜੇ ਅਸੀਂ ਸਟੇਟ ਨੂੰ ਉਸੇ ਲੈਵਲ 'ਤੇ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ। ਇੱਕ ਹੋਰ ਬੜਾ ਮਹੱਤਵਪੂਰਨ ਸਵਾਲ ਆ ਜਾਂਦੇ ਜਾਂਦੇ ਵੀ ਬਲੂਮਿੰਗ ਬਰਡ ਸਕੂਲ ਦੇ ਵਿੱਚ ਗਰੀਬ ਬੱਚੇ, ਮਾਪੇ ਜਿਨ੍ਹਾਂ ਦੇ ਆਰਥਿਕ ਤੌਰ 'ਤੇ ਟੁੱਟੇ ਹੋਏ ਆ, ਉਹਨਾਂ ਨੂੰ ਵੀ ਮੌਕਾ ਮਿਲਦਾ ਤੇ ਕਿਵੇਂ ਮੌਕਾ ਮਿਲਦਾ? ਦੇਖੋ, ਇੱਕ ਤਾਂ ਟਾਣਾ ਸਾਹਿਬ ਗੱਲ ਇਹ ਆ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਸਾਡੇ ਇੰਪਲਾਈਜ਼ ਦੇ ਬੱਚੇ ਤਾਂ ਪੜ੍ਹਦੇ ਹੀ ਪੜ੍ਹਦੇ ਆ। ਉਸ ਤੋਂ ਇਲਾਵਾ ਸਾਡੇ ਕੋਲੇ ਤਕਰੀਬਨ ਮੇਰੇ ਕੋਲੇ ਤੁਸੀਂ ਮਿਲਾ ਕੇ ਸਾਰੇ ਯੂਨਿਟਾਂ ਵਿੱਚ 150 ਜਾਂ 200 ਦੇ ਆਸ-ਪਾਸ ਬੱਚਾ ਸਾਡੇ ਕੋਲੇ ਪੜ੍ਹਦਾ ਹੋਏਗਾ, ਜਿਹੜਾ ਕਿ ਨੀਡੀ ਬੱਚਾ। ਉਹਦੇ ਵਿੱਚ ਕਈ ਬੱਚਿਆਂ ਦੀ ਕਿਸੇ ਦੀ ਫੀਸ ਹਾਫ ਹੈ, ਕਿਸੇ ਦੀ ਵੀ ਫੀਸ ਪੂਰੀ ਦੀ ਪੂਰੀ ਵੇਵ ਕੀਤੀ ਹੋਈ ਹੈ, ਔਰ ਇੱਥੋਂ ਤੱਕ ਹੈ ਕਈਆਂ ਨੂੰ ਤਾਂ ਅਸੀਂ ਟਰਾਂਸਪੋਰਟੇਸ਼ਨ ਚਾਰਜਸ ਵੀ ਅਸੀਂ ਫ੍ਰੀ ਕੀਤੇ ਹੋਏ ਆ। ਦੇਖੋ, ਕਈ ਚੀਜ਼ਾਂ ਸਾਨੂੰ ਅਸੀਂ ਉਹਨਾਂ ਤੋਂ ਅੱਖਾਂ ਨਹੀਂ ਫੇਰ ਸਕਦੇ। ਤੁਸੀਂ ਦੇ ਤਾਂ ਸਮਾਜ ਨੂੰ ਇੱਕ ਚੈਰਿਟੀ ਦਿਓ ਨਾ, ਤੇ ਚੈਰਿਟੀ ਇਨ ਦਾ ਮੇਨ ਸੈਂਸ ਹੋਈ ਜੇ ਤੁਸੀਂ ਇੱਕ ਗਰੀਬ, ਹੁਣ ਤੁਸੀਂ ਸਪੋਰਟਸ ਦੀ ਗੱਲ ਕੀਤੀ ਆ, ਜਿਹੜੀ ਆਪਣਾ ਇੰਡੋਰ ਸ਼ੂਟਿੰਗ ਰੇਂਜ ਆ ਸਾਡੇ ਕੋਲ ਜੀ, ਸਾਡੇ ਕੋਲ ਵਾਲਦਰ ਦੀਆਂ ਜਾਂ ਫੈਨਬਰਗ ਦੀਆਂ ਗਨਜ਼ ਨੇ ਜੀ। ਇੱਕ ਗਨਜ਼ ਤੁਸੀਂ ਬਿਲੀਵ ਨਹੀਂ ਕਰਨਾ, ਦੂਜੀ ਗਨ ਜਿਹੜੀ ਆ 1 ਲੱਖ ਦੀ ਆ ਜਾਂਦੀ ਆ, ਇਹ 6 ਲੱਖ ਰੁਪਏ ਦੀ ਗਨ ਹੈ ਜੀ, ਇਹ ਰਾਈਫਲ ਦੀ। ਸੇਮ ਉਹੀ ਗਨ ਹੈ ਜੋ 올림픽 ਯੂਜ਼ ਹੁੰਦੀ ਆ, ਜੋ ਪੈਲਟ 'ਚ ਯੂਜ਼ ਹੁੰਦੇ ਨੇ, ਸੇਮ ਇੱਥੇ ਨੇ ਜੀ। ਔਰ ਜਦੋਂ ਤੁਸੀਂ ਫਾਇਰ ਮਾਰੋਗੇ ਤੁਹਾਡਾ ਸਕੋਰ ਲੈਪਟਾਪ 'ਤੇ ਆਏਗਾ ਜਿਵੇਂ 올림픽 'ਚ ਆਉਂਦਾ। ਹੁਣ ਜੇ ਸਪੋਜ਼ ਉਹ ਇੱਕ ਬੱਚਾ ਉਹੋ ਜਿਹੀ ਬੈਕਗਰਾਊਂਡ 'ਚ ਆਉਂਦਾ, ਉਹ ਤਾਂ ਫਿਰ ਉਹ ਗੇਮ ਬਾਰੇ ਸੋਚ ਵੀ ਨਹੀਂ ਸਕਦਾ। ਸਹੀ। ਪਰ ਸਾਡੇ ਸਕੂਲ 'ਚ ਸੋਚ ਸਕਦਾ ਹੈ। ਸਾਡੇ ਸਕੂਲ 'ਚ ਨਾ ਸਿਰਫ ਸੋਚ ਸਕਦਾ, ਉਹ ਖੇਲ ਵੀ ਸਕਦਾ। ਉਹਦੀ ਜ਼ਿੰਮੇਵਾਰੀ ਸਾਡੀ ਆ, ਅਸੀਂ ਪ੍ਰੋਵਾਈਡ ਕਰਾਉਣਾ ਉਹਨੂੰ। ਜੇ ਇੱਕ ਬੱਚਾ ਗੇਮ ਦੇ ਵਿੱਚ ਹੈ, ਉਹਨੂੰ ਅਸੀਂ ਪ੍ਰੋਵਾਈਡ ਕਰ ਸਕਦੇ, ਐਜੂਕੇਸ਼ਨ ਵਿੱਚ ਨਹੀਂ ਪ੍ਰੋਵਾਈਡ ਕਰਾਵਾਂਗੇ। ਪਰ ਬੱਚਾ ਪੜ੍ਹਨ ਵਾਲਾ ਹੋਣਾ ਚਾਹੀਦਾ। ਦੇਖੋ, ਤੁਹਾਡਾ ਮੁੱਖ ਮੰਤਵ ਕੀ ਹੈ? ਸਮਾਜ ਨੂੰ ਸੇਧ ਦੇਣਾ। ਸਮਾਜ ਨੂੰ ਤੁਸੀਂ ਜਿਵੇਂ ਆਪਾਂ ਕਹਿੰਦੇ ਵੀ ਆਪਾਂ 100 ਗੱਠਾ ਵੀ ਖਾਧਾ, 100 ਛੱਤਰ ਵੀ ਖਾਧਾ, ਆਪਾਂ ਕੰਪਨਸੇਟ ਵੀ ਕੀਤਾ ਤੇ ਬੱਚਾ ਫਿਰ ਨਹੀਂ ਪੜ੍ਹਿਆ, ਉਹਦਾ ਤਾਂ ਫਿਰ ਸਾਡਾ ਕੋਈ ਕਸੂਰ ਨਹੀਂ ਨਾ ਜੀ। ਹੁਣ ਕਹਿਣ ਦਾ ਭਾਵ ਕੀ ਹੈ ਕਿ ਜਿਹੜਾ ਬੱਚਾ ਸੱਚਮੁੱਚ ਪੜ੍ਹਨ ਵਾਲਾ, ਇਕਨੋਮਿਕਲ ਬੈਕਗਰਾਊਂਡ ਤੋਂ ਵੀਕ ਹੈਗਾ, ਅਸੀਂ ਵੈਲਕਮ ਕਰਦੇ, ਕੋਈ ਗੱਲ ਨਹੀਂ, ਸਾਡੀ ਡਿਊਟੀ ਬਣਦੀ ਹੈ। ਇਹ ਤਾਂ ਵੈਸੇ ਵੀ ਇੱਕ ਡਿਊਟੀ ਬਣਦੀ ਆ। ਜੇ ਤੁਸੀਂ ਇੱਕ ਖੁਸ਼ਹਾਲ ਪਰਿਵਾਰ ਦੇ ਹੋ, ਤੁਹਾਡਾ ਪੇਟ ਭਰਿਆ ਹੋਇਆ ਤੇ ਜਿਹਦਾ ਨਹੀਂ ਭਰਿਆ ਉਹਦਾ ਭਰਨਾ ਤੁਹਾਡੀ ਜ਼ਿੰਮੇਵਾਰੀ। ਬਿਲਕੁਲ ਸਹੀ ਹੈ। ਇਹ ਤਾਂ ਦੇਖੋ, ਜੇ ਸਟੇਟ 'ਚ ਹੀ ਰਹਿੰਦੇ, ਉੱਥੋਂ ਪੀਰਾਂ ਪਗੰਬਰਾਂ ਦੀ ਧਰਤੀ ਹੈ, ਬਾਬਾ ਨਾਨਕ ਨੇ ਉਸ ਵੇਲੇ ਦਾ ਲੰਗਰ ਚਲਾ ਰੱਖਿਆ ਜੀ 20 ਰੁਪਏ ਵਾਲਾ। ਤੇ ਇਹ ਤਾਂ ਸਾਡੀ ਡਿਊਟੀ ਬਣਦੀ ਆ ਵੀ ਉਸੇ ਸਟੇਟ ਦੇ ਵਿੱਚੋਂ ਅਸੀਂ ਰੋਟੀ ਖਾਂਦੇ ਹਾਂ, ਤੇ ਉਸੇ ਸਟੇਟ ਦੇ ਵਿੱਚ ਰਹਿ ਕੇ ਤੁਹਾਨੂੰ ਉਹੀ ਬੁਨਿਆਦੀ ਚੀਜ਼ਾਂ ਵੇਖਣੀਆਂ ਪੈਣਗੀਆਂ, ਫੇਰ ਹੀ ਤੁਸੀਂ ਸਹੀ ਇਨਸਾਨ ਹੋ। ਨਹੀਂ ਤਾਂ ਬਹੁਤ ਸਾਰੀ ਦੁਨੀਆ ਆਉਂਦੀ ਚਲੀ ਜਾਂਦੀ ਹੈ, ਕੌਣ ਕਿਸੇ ਨੂੰ ਪੁੱਛਦਾ ਜੀ। ਬਿਲਕੁਲ ਸੈਣੀ ਸਾਹਿਬ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਕਈ ਮੇਰੇ ਮਨ ਦੇ ਵਿੱਚ ਸਵਾਲ ਸੀ ਜਿਨ੍ਹਾਂ ਦੀ ਤੁਸੀਂ ਸ਼ੰਕਾ ਨਿਵਰਤੀ ਵੀ ਕੀਤੀ, ਕਈਆਂ ਦੇ ਉੱਤਰ ਦਿੱਤੇ ਆ। ਬਾਕੀ ਅਸੀਂ ਦਰਸ਼ਕਾਂ ਦੇ ਉੱਤੇ ਛੱਡਦੇ ਕਿ ਉਹਨਾਂ ਨੂੰ ਇਹ ਉੱਤਰ ਕਿੰਨੇ ਪਸੰਦ ਆ। ਸੋ ਦੋਸਤੋ, ਇਹ ਸਨ ਸੈਣੀ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਤੇ ਪ੍ਰਾਈਮ ਸਪੈਸ਼ਲ ਦੇ ਤਹਿਤ ਅਸੀਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਨਿੱਜੀ ਸਕੂਲਾਂ ਦੇ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਬਣੀਆਂ, ਬਹੁਤ ਸਾਰੀਆਂ ਸੱਚੀਆਂ ਵੀ ਹੋਣਗੀਆਂ, ਕੁਝ ਕੁ ਗੱਲਾਂ ਦੇ ਬਾਰੇ ਸ਼ੰਕਾ ਨਿਵਰਤੀ ਕੀਤੀ ਵੀ ਆ। ਆਸ ਹੈ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਏਗੀ। ਹੁਣ ਦਿਓ ਆ ਗਿਆ, ਬਹੁਤ ਬਹੁਤ ਸ਼ੁਕਰੀਆ।